किस्मत हरा दे तां गल वखरी है, हुंज गलेलां नाल बाज नहीं मरदे। किहड़ा गलेल चला गया तुहाडे ते? अजकल सारिਆਂ ਨੂੰ पता एक बहुत बड़ा मुद्दा गा जिहड़ा मूसेवाला साहब। अच्छा मैनूं एक चीज़ दसो, सिद्धू मूसेवाला मानसा सीट ਲਈ मिसफिट है या सियासत ਲਈ मिसफिट समझदे हो? चन्नी साहब तो सीट बड़ी दूर लगी सीगी तुहाडी मानसा रैली ਦੇ ਵਿੱਚ ਸਟੇਜ ਦੇ ਉੱਤੇ, ਉਹਦਾ ਵੀ ਬੜਾ ਚਰਚਾ ਹੈ। ਚਹਿਲ ਸਾਹਿਬ ਤੁਹਾਡੇ ਤੋਂ ਦੋਸ਼ ਵੀ ਹੈਗਾ, ਦੋਸ਼ ਇਹ ਹੈਗਾ ਕਿ ਤੁਹਾਡੇ ਸਮਰਥਕ ਬਹੁਤ ਸੀਗੇ ਉੱਥੇ, ਹੱਥਾਂ ਦੇ ਵਿੱਚ ਉਹਨਾਂ ਦੇ ਤਖਤੀਆਂ ਵੀ ਫੜੀਆਂ ਹੋਈਆਂ ਸੀਗੀਆਂ ਜਿੱਤੇ ਚੁਸ਼ਪਿੰਦਰ ਚਹਿਲ ਦਾ ਵੱਡਾ ਚਿਹਰਾ ਖੂਬਸੂਰਤ ਫੋਟੋ ਛਪੀ ਹੋਈ ਸੀਗੀ, ਨਾਲ ਨਾਅਰੇਬਾਜ਼ੀ ਵੀ ਹੋ ਰਹੀ ਸੀਗੀ। ਲੇਕਿਨ ਉਹੀ ਜੋ ਸਮਰਥਕ ਸੀਗੇ ਜਦੋਂ ਸਿੱਧੂ ਮੂਸੇਵਾਲਾ ਮਾਈਕ ਵੱਲ ਨੂੰ ਜਾਂਦੇ ਆ ਤਾਂ ਨਾਅਰੇ ਲਗਾਉਣੇ ਸ਼ੁਰੂ ਕਰ ਦਿੰਦੇ ਆ। ਸਤਿ ਸ਼੍ਰੀ ਅਕਾਲ ਜੀ, ਮੈਂ ਲਖਵਿੰਦਰ ਸਿੰਘ ਲੱਖਾ ਜੀ। ਮੈਂ ਇੱਕ ਪੇਸ਼ੇ ਤੋਂ ਕਿਸਾਨ ਹਾਂ ਜੀ। ਮੈਂ ਬਰਨਾਲੇ ਜ਼ਿਲ੍ਹੇ ਦਾ ਜੀ। ਪਹਿਲਾਂ ਕੀ ਹੁੰਦਾ ਸੀ ਕਿ ਸਾਨੂੰ ਮਿੱਟੀ ਜੋ ਅਸੀਂ ਆਪਦੇ ਖੇਤ ਵਿੱਚੋਂ ਕਾਨੂੰਨੀ ਤੌਰ ਤੇ ਚੱਕ ਨਹੀਂ ਸੀ ਸਕਦੇ। ਬਾਣਾ ਵਿੱਚ ਪਹਿਲਾਂ 3 ਫੁੱਟ ਮਿੱਟੀ ਚੁੱਕਣ ਦਾ ਐਲਾਨ ਸੀਗਾ ਜੀ। ਉਹ ਅਸੀਂ ਪਹਿਲਾਂ ਸਾਨੂੰ ਦਫ਼ਤਰੀ ਜਾਣਾ ਪੈਂਦਾ ਸੀ 3 ਫੁੱਟ ਮਿੱਟੀ ਚੱਕਣ ਲਈ ਜੀ। ਇਹ ਸਾਨੂੰ ਬਹੁਤ ਥਾਵੇਂ ਉਲਝਣਾ ਪੈਂਦਾ, ਰੁਕਾਵਟਾਂ ਬੜੀ ਆਉਂਦੀਆਂ ਸੀ। ਪਹਿਲਾਂ ਸਾਨੂੰ ਇਹ ਪਰਮਿਸ਼ਨ ਲੈਣੀ ਪੈਂਦੀ ਸੀ, ਅਸੀਂ ਕਿਤੋਂ ਚੱਕ ਨਹੀਂ ਸਕਦੇ। ਹੁਣ ਅਸੀਂ ਬਿਲਕੁਲ ਕਲੀਅਰ ਕਰਤਾ ਹੈ कि कोई जिमीदार अपनी 3 फुट तक मिट्टी चुकावे, कोई पैसा नहीं लेना किसी ने, ना ही जाना है, ना कोई मंजूरी की लोड़ है। ते नाल दी नाल इट्टां बड़ियां महंगियां हो रही हैं। ਉਹਦਾ ਇੱਕ ਬੜਾ ਕਾਰਨ ਇਹ ਹੈ ਕਿ ਉਹ ਮਾਈਨਿੰਗ ਪਾਲਿਸੀ ਲੱਗ ਜਾਂਦੀ ਉਹਦੇ ਤੇ ਜਦੋਂ ਭੱਠੇ ਵਾਲਾ ਮਿੱਟੀ ਚੱਕਦਾ ਹੈ। ਜ਼ਿਮੀਦਾਰ ਤੋਂ ਭੱਠੇ ਵਾਲਾ ਮਿੱਟੀ ਲੈਂਦਾ, ਜ਼ਿਮੀਦਾਰ ਨੂੰ 4 ਪੈਸੇ ਆ ਜਾਂਦੇ 1 ਫੁੱਟ ਦੇ, ਲੇਕਿਨ ਅੱਧੇ ਪੈਸੇ ਮਾਈਨਿੰਗ ਵਾਲੇ ਲੈ ਜਾਂਦੇ। ਅੱਜ ਅਸੀਂ ਇਹ ਫੈਸਲਾ ਕਰ ਲਿਆ ਕਿ ਭੱਠਿਆਂ ਨੂੰ ਮਾਈਨਿੰਗ ਪਾਲਿਸੀ ਤੋਂ ਬਾਹਰ ਕਰ ਦੇਣਾ। ਪੰਜਾਬ ਸਰਕਾਰ ਦਾ ਇਹ ਐਲਾਨ ਆਇਆ ਵੀ ਅਸੀਂ ਆਪਣੇ ਖੇਤਾਂ ਦੇ ਵਿੱਚੋਂ 3 ਫੁੱਟ ਤੱਕ ਮਿੱਟੀ ਚੁਕਾ ਸਕਦੇ ਹਾਂ। ਪੰਜਾਬ ਸਰਕਾਰ ਦੇ ਇਸ ਫੈਸਲੇ ਦਾ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਤੇ ਇਸ ਗੱਲੋਂ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਪੰਜਾਬ ਸਰਕਾਰ ਦਾ। ਤੋਂ ਅਸੀਂ ਉਹ ਚੱਕ ਸਾਨੂੰ ਕਿਤੇ ਜਾਣ ਦੀ ਲੋੜ ਨਹੀਂ, ਅਸੀਂ ਕਦੋਂ ਵੀ ਉਹ ਮਿੱਟੀ ਚੱਕ ਕੇ ਆਪਣੀ ਕਿਤੇ ਦੂਜੀ ਥਾਂ ਤੇ ਵਰਤੋਂ ਕਰ ਸਕਦੇ। ਪੰਜਾਬ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਸੀ, ਬਹੁਤ ਖੁਸ਼ ਹਾਂ। ਇਸ ਫੈਸਲੇ ਦਾ ਅਸੀਂ ਸਾਰੇ ਕਿਸਾਨ ਭਰਾ ਪੰਜਾਬ ਦੇ ਸੀਐਮ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਮੈਨੂੰ ਘੇਰਨ ਲਈ, ਮੈਨੂੰ ਠੋਕਣ ਲਈ ਮੈਂ ਸੱਚ ਕਹਿਣਾ, ਕਿਉਂਕਿ ਦੇਖੋ ਮੈਂ ਇੱਕ ਆਮ ਪਰਿਵਾਰ ਦਾ 20-22 ਕਿੱਲੇ ਜ਼ਿਮੀਦਾਰਾਂ ਦਾ ਮੁੰਡਾ ਗਾ। ਮੈਂ ਸਟੇਜ ਤੋਂ ਰਾਜਾ ਵੜਿੰਗ ਸਾਹਿਬ ਵੀ ਤੁਹਾਡੇ ਕੋਲ ਵਾਰ-ਵਾਰ ਆ ਕੇ ਤੁਹਾਨੂੰ ਕਹਿੰਦੇ ਸੀਗੇ ਕਿ ਰੋਕੋ ਯਾਰ ਕੀ ਕਰਦੇ ਪਏ ਆ, ਤੁਹਾਡੇ ਕੋਲ ਆ ਕੇ ਉਹਨਾਂ ਨੂੰ ਰਿਕੁਐਸਟ ਕਰਨੀ ਪੈਂਦੀ ਸੀਗੀ। ਦੇਖੋ ਵੜਿੰਗ ਸਾਹਿਬ ਸਾਡੇ ਮੇਰੇ ਵੱਡੇ ਭਰਾ ਨੇ, ਹੋ ਸਕਦਾ ਉੱਥੇ ਮਾਨ ਸਾਹਿਬ ਦੇ ਫੈਨ ਆਏ ਹੋਣ, ਹੋ ਸਕਦਾ ਉੱਥੇ ਸਰਤਾਜ ਦੇ ਫੈਨ ਆਏ ਹੋਣ, ਹੋ ਸਕਦਾ ਉੱਥੇ ਕਿਸੇ ਹੋਰ ਸਿੰਗਰ ਦੇ ਫੈਨ ਆਏ ਹੋਣ, ਉਹ ਸਿੱਧੂ ਮੂਸੇਵਾਲੇ ਨੂੰ ਨਾ ਪਸੰਦ ਕਰਦੇ ਹੋਣ। ਕਿਉਂਕਿ ਹੱਥਾਂ ਦੇ ਵਿੱਚ ਤਖਤੀਆਂ ਸਰਤਾਜ ਸਾਹਿਬ ਦੀਆਂ ਨਹੀਂ ਸੀਗੀਆਂ, ਤੁਹਾਡੀਆਂ ਸੀਗੀਆਂ। ਮੈਂ ਤਾਂ ਪੋਲੀਟੀਕਲ ਬੰਦਾ ਗਾ। ਚਹਿਲ ਸਾਹਿਬ ਇੱਕ ਚੀਜ਼ ਤਾਂ ਮੈਂ ਕਹਿ ਦਿੰਦਾ ਕੈਮਰੇ ਦੇ ਉੱਤੇ, ਸਵਾਲ ਜਵਾਬ ਆਪਣੀ ਜਗ੍ਹਾ ਹੈਗੇ ਆ, ਉਹ ਸਾਡਾ ਕੰਮ ਅਸੀਂ ਕਰਾਂਗੇ। ਜਦੋਂ ਰੌਲਾ ਪੈਂਦਾ ਸੀਗਾ ਸਟੇਜ ਤੋਂ ਥੱਲੇ ਨਾਅਰੇ ਲੱਗਣੇ ਸ਼ੁਰੂ ਹੋ ਗਏ ਸੀਗੇ ਸਿੱਧੂ ਦੇ ਖਿਲਾਫ, ਤਾਂ ਤੁਸੀਂ ਖੜੇ ਹੋ ਕੇ ਉਂਗਲ ਜੀ ਐਂ ਕੀਤੀ ਤਾਂ ਸਾਰੇ ਸ਼ਾਂਤ ਹੋ ਗਏ ਸੀਗੇ। अहमद फराज साहब ने लिखा कि किसी को घर से निकलते ही मिल गई मंजिल, कोई हमारी तरह ताउम्र सफ़र में रहा। तुसी रोज़ाना स्पोक्समैन दे नाल जुड़ चुके हो। मेरा नाम है लंकेश त्रिखा, तुहाडा सारिਆਂ ਦਾ हमेशा ਦੀ तरह इस्तकबाल करदा। हिंदी दे विच भी सफ़र हुंदा ते अंग्रेज़ी दे विच भी सफ़र हुंदा, पर फ़र्क इन्ना ही है कि अंग्रेज़ी वाला जिहड़ा सफ़र हुंदा है वो सियासतदान बखूबी जाणदे कि किस तरीके दे नाल सफ़र करना पैंदा है। सिद्धू स्क्वेयर ਜਦੋਂ ਸਿੱਧੂ ਮੂਸੇਵਾਲਾ ਕਾਂਗਰਸ ਜੁਆਇਨ ਕਰਦੇ ਹੈ ਤਾਂ ਨਵਜੋਤ ਸਿੰਘ ਸਿੱਧੂ ਬਕਾਇਦਾ ਸਟੇਟਸ ਪਾ ਕੇ ਕਹਿੰਦੇ ਹੈ ਕਿ ਸਿੱਧੂ ਸਕੁਏਅਰ 5911 ਵੈਰੀ 9211। ਇਹ ਕਹਿਣ ਦੀ ਲੋੜ ਕਿਉਂ ਪੈਂਦੀ ਹੈ? ਸਿੱਧੂ ਸਾਹਿਬ ਦੀ ਜਦੋਂ ਐਂਟਰੀ ਹੁੰਦੀ ਹੈ ਪੰਜਾਬ ਕਾਂਗਰਸ ਦੇ ਪ੍ਰਧਾਨ ਬਣਦੇ ਹੈ ਤਾਂ ਕੈਪਟਨ ਸਾਹਿਬ ਦੀ ਛੁੱਟੀ ਹੋ ਜਾਂਦੀ ਹੈ। ਮਾਨਸਾ ਸੀਟ ਜੋ ਹੈ ਹੌਟ ਸੀਟ ਬਣੀ ਹੋਈ ਹੈ ਕਿਉਂਕਿ ਦਾਅਵੇਦਾਰੀਆਂ ਬੜੀਆਂ ਹੈਗੀਆਂ ਨੇ। ਸਿੱਧੂ ਮੂਸੇਵਾਲੇ ਦੇ ਆਉਣ ਤੋਂ ਬਾਅਦ ਉੱਥੇ ਜੋ तमाम ਹੋਰ ਦਾਅਵੇਦਾਰੀ ਆਪਣੀ ਦੱਸਦੇ ਨੇ ਉਹਨਾਂ ਦੇ ਲਈ ਚਿੰਤਾ ਪੈਦਾ ਹੋ ਚੁੱਕੀ ਹੋਈ ਹੈ। ਚੁਸ਼ਪਿੰਦਰ ਚਹਿਲ ਮੇਰੇ ਨਾਲ ਨੇ। ਚੁਸ਼ਪਿੰਦਰ ਚਹਿਲ ਉਹ ਨਾਮ ਹੈ ਜਿਨ੍ਹਾਂ ਨੇ ਮਾਨਸਾ ਦੇ ਵਿੱਚ ਲੋਕਾਂ ਦੇ ਵਿਚਕਾਰ ਆਪਣਾ ਰੁਤਬਾ ਕਾਇਮ ਕੀਤਾ ਹੈ। ਲੇਕਿਨ ਮਾਨਸਾ ਰੈਲੀ ਬੜੀ ਮਸ਼ਹੂਰ ਹੋਈ ਹੈ ਚਰਨਜੀਤ ਸਿੰਘ ਚੰਨੀ ਹੋਰਾਂ ਦੀ, ਕਿਉਂਕਿ DSP ਸਾਹਿਬ ਨੇ ਅਧਿਆਪਕ ਕੁੱਟੇ ਸੀਗੇ। ਹਾਲਾਂਕਿ ਜਾਂਚ ਜੋ ਹੈਗੀ ਹੈ ਉਹ ਸ਼ੁਰੂ ਹੋ ਚੁੱਕੀ ਹੋਈ ਹੈ। ਜਾਂਚ ਕਿਸ ਤਰੀਕੇ ਨਾਲ ਹੁੰਦੀ ਹੈ ਉਹ ਵੀ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ। ਖੈਰ ਵਿਸ਼ਾ ਉਹ ਨਹੀਂ ਹੈਗਾ। ਚਹਿਲ ਸਾਹਿਬ ਸਵਾਗਤ ਹੈ ਤੁਹਾਡਾ ਸਪੋਕਸਮੈਨ 'ਤੇ ਜੀ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਤੁਹਾਡੀ ਮੈਂ ਟਾਈਮਲਾਈਨ ਵੇਖ ਰਿਹਾ ਸੀਗਾ ਫੇਸਬੁੱਕ 'ਤੇ, ਕਿਸਮਤ ਹਰਾ ਦੇ ਤਾਂ ਗੱਲ ਵੱਖਰੀ ਹੈ, ਉਂਝ ਗਲੇਲਾਂ ਨਾਲ ਬਾਜ ਨਹੀਂ ਮਰਦੇ। ਕਿਹੜਾ ਗਲੇਲ ਚਲਾ ਗਿਆ ਤੁਹਾਡੇ 'ਤੇ?
ਦੇਖੋ ਅੱਜ ਕੱਲ ਸਾਰਿਆਂ ਨੂੰ ਪਤਾ ਇੱਕ ਬਹੁਤ ਵੱਡਾ ਮੁੱਦਾ ਗਾ ਜਿਹੜਾ ਮੂਸੇਵਾਲਾ ਸਾਹਿਬ ਸਭ ਤੋਂ ਵਾਇਰਲ ਹੋਇਆ ਮੁੱਦਾ ਗਾ। ਉਹ ਜਿਹੜਾ ਮੈਂ ਪਾਇਆ ਗਾ ਉਹ ਇੱਕ ਸਾਡਾ ਜਾਂ ਮੇਰਾ ਲਾ ਲਓ ਜਾਂ ਮੇਰੀ ਟੀਮ ਦਾ ਲਾ ਲਓ, ਇੱਕ ਸਾਡਾ ਵਰਕ ਆ। ਅਸੀਂ ਇੱਕ ਦੂਸਰੇ ਨੂੰ ਬੂਸਟ ਕਰਦੇ ਰਹਿੰਦੇ ਆ। ਕਿਸਮਤ ਹਰ ਜੇ ਤਾਂ ਗੱਲ ਵੱਖਰੀ ਹੈ, ਉਂਝ ਗਲੇਲਾ ਨਾਲ ਆਵਾਜ਼ ਨਹੀਂ ਮਰਦੀ। ਕਿਉਂਕਿ ਵਾਰ ਜਿਹੜੀ ਸਿਆਸਤ ਆ, ਸਿਆਸਤ ਦੇ ਵਿੱਚ ਮੇਰਾ ਨਜ਼ਰੀਆ, ਮੇਰੀ ਸੋਚ ਆ ਕਿ ਹਰ ਮੋੜ ਤੇ ਹਰ ਸਟੈਪ ਤੇ ਸੰਘਰਸ਼ ਆ ਤੇ ਵਾਰ ਤਾਂ ਹੁੰਦੇ ਰਹਿੰਦੇ ਨੇ। ਅਸੀਂ ਉਹਨਾਂ ਤੋਂ ਕਿਵੇਂ ਬਚਣਾ ਗਾ, ਤੇ ਇਹ ਉਹਨਾਂ ਲਈ ਇੱਕ ਸੰਦੇਸ਼ ਸੀਗਾ ਕਿ ਜੋ ਮਰਜ਼ੀ ਵਾਰ ਹੋਵੇ ਆਪਾਂ ਤਕੜੇ ਹੋ ਕੇ ਲੜਾਈ ਲੜਨੀ ਆ। ਇਹ ਮੇਰੀ ਟੀਮ ਲਈ ਬੂਸਟ ਆ। ਅੱਛਾ, ਸਿੱਧੂ ਦੀ ਐਂਟਰੀ ਨੂੰ ਤੁਸੀਂ ਪੈਰਾਸ਼ੂਟ ਲੈਂਡਿੰਗ ਕਰਨੇ ਹੋ, ਵਜ੍ਹਾ ਤੁਸੀਂ ਆਪ ਦੇਖੋ, ਤੁਸੀਂ ਸੀਨੀਅਰ ਪੱਤਰਕਾਰ ਹੋ, ਭਰਾਓ, ਸਾਰੀ ਗੱਲ ਸਮਝਦੇ ਹੋ ਕਿ ਇੱਕ ਇਨਸਾਨ ਨੇ ਮਿਹਨਤ ਕੀਤੀ ਆ ਦਿਨ ਰਾਤ ਇੱਕ ਕਰਕੇ, ਪੀੜ੍ਹੀਆਂ ਤੋਂ ਉਹ ਪਾਰਟੀ ਦੇ ਵਿੱਚ ਆ, ਚਾਹੇ ਮੈਂ ਆ, ਚਾਹੇ ਉੱਥੇ ਕੋਈ ਵੀ ਸਾਡੇ ਪਾਰਟੀ ਵਰਕਰ ਨੇ, ਚਾਹੇ ਲੀਡਰ ਸਾਹਿਬਾਨ ਨੇ, ਜਿਨ੍ਹਾਂ ਨੇ ਦਿਨ ਰਾਤ ਇੱਕ ਕਰਕੇ ਖੂਨ ਪਸੀਨੇ ਦੀ ਆਪਣੀ ਕਮਾਈ ਪਾਰਟੀ ਲਈ ਲਾਈ ਆ। ਸੋ ਉਹਨਾਂ ਨੂੰ 10 ਸਾਲ ਜਦੋਂ ਬਾਦਲ ਸਾਹਿਬ ਦੀ ਸਰਕਾਰ ਸੀ, ਉਹਨਾਂ ਨੇ ਦਿਨ ਰਾਤ ਇੱਕ ਕਰਕੇ ਮਿਹਨਤ ਕੀਤੀ। ਉਸ ਤੋਂ ਬਾਅਦ 4.5 ਸਾਲ ਕੈਪਟਨ ਸਾਹਿਬ ਦਾ ਰਾਜ ਲੈ ਕੇ ਆਂਦਾ ਲੋਕਾਂ ਨੇ। ਕੈਪਟਨ ਸਾਹਿਬ ਦੇ ਰਾਜ ਦੇ ਵਿੱਚ ਵੀ ਜਿਹੜੇ ਸੀਨੀਅਰ, ਜਿਹੜੇ ਟਕਸਾਲੀ ਕਾਂਗਰਸੀ ਸੀ, ਜਿਹੜਿਆਂ ਨੇ ਮਰ ਕੇ ਪਾਰਟੀ ਖੜੀ ਕੀਤੀ ਆ, ਜਿਹੜਿਆਂ ਨੇ ਜਜ਼ਬਾਤਾਂ ਨਾਲ ਪਾਰਟੀ ਖੜੀ ਆ, ਇੱਕ ਉਮੀਦ ਆ ਜਿਨ੍ਹਾਂ ਨੂੰ ਵੀ ਸਾਡੇ ਲਈ ਪਾਰਟੀ ਦੇ ਵਿੱਚ ਪਿਆਰ, ਮਾਨ, ਸਨਮਾਨ, ਸਾਡੀ ਪਾਰਟੀ ਕਦੇ ਆਵਾਜ਼ ਬਣੂ, ਉਹ ਨਹੀਂ ਬਣ ਪਾਈ। ਐਸੇ ਕਰਕੇ ਸਰਦਾਰ ਕੈਪਟਨ ਅਮਰਿੰਦਰ ਸਿੰਘ ਨੂੰ ਚੇਂਜ ਕਰਨਾ ਪਿਆ। ਹੁਣ ਉਹੀ ਹਾਲਾਤ ਨੇ ਅੱਜ ਮਾਨਸਾ ਦੇ। ਜੇ ਇੱਕ ਦਿਨ ਰਾਤ ਇੱਕ ਕਰਕੇ ਕੋਈ, ਚਾਹੇ ਮੈਂ ਆ, ਹੋਰ ਵੀ ਬਹੁਤ ਕਾਂਗਰਸੀ ਸਾਡੇ ਟਕਸਾਲੀ ਉੱਥੇ ਲਗਾਤਾਰ ਲੱਗੇ ਹੋਏ ਨੇ ਕਈ ਸਾਲਾਂ ਤੋਂ, ਕਈ ਤਾਂ ਪੀੜ੍ਹੀਆਂ ਤੋਂ ਨੇ। ਜਿੱਦਾਂ ਮੈਂ ਪੀੜ੍ਹੀ ਦਰ ਪੀੜ੍ਹੀ ਕਾਂਗਰਸੀ ਪਾਰਟੀ ਦੇ ਵਿੱਚ ਮੇਰੇ ਪੜਦਾਦਾ ਜੀ, ਮੇਰੇ ਦਾਦਾ ਜੀ ਕੰਮ ਕਰਦੇ ਨੇ। ਕੋਈ ਨਵਾਂ ਜਦੋਂ ਚਿਹਰਾ ਆਉਂਦਾ ਗਾ, ਇੱਕੋ ਦਮ ਅਚਾਨਕ ਪੂਰੇ ਉਹਦੇ ਨਾਲ ਤਾਮ ਝਾਮ ਨਾਲ, ਫਿਰ ਦੇਖੋ ਲੋਕਾਂ ਦਾ ਜਿਹੜਾ ਮਾਨਸਿਕ ਤੌਰ ਤੇ ਲੋਕ ਜ਼ਰੂਰ ਸੋਚਦੇ ਨੇ ਵੀ ਯਾਰ ਸਾਡੇ ਦੁੱਖ ਸੁੱਖ ਦੇ ਵਿੱਚ ਕੌਣ ਖੜਿਆ ਗਾ ਸਾਡੇ ਨਾਲ ਹਰ ਮੋੜ ਤੇ ਦੁੱਖ, ਚਾਹੇ ਕਰੋਨਾ ਦੀ ਗੱਲ ਕਰ ਲਓ, ਚਾਹੇ ਕਿਸਾਨੀ ਦੀ ਗੱਲ ਕਰ ਲਓ, ਚਾਹੇ ਨਿੱਜੀ ਜਿਹੜੇ ਰੁਝੇਵੇਂ ਹੁੰਦੇ ਨੇ ਲੋਕਾਂ ਦੇ, ਫੋਨ, ਕੰਮ ਕਾਰ, ਉਦੋਂ ਸਾਡੇ ਨਾਲ ਕੌਣ ਖੜਿਆ ਗਾ। ਤੇ ਅੱਜ ਇੱਕੋ ਦਮ ਅਚਾਨਕ ਕਿਸੇ ਚਿਹਰੇ ਦਾ ਆ ਜਾਣਾ ਤੇ ਦੁਖਦਾਈ ਗੱਲ ਹੈ। ਤੇ ਲੋਕਾਂ ਦੀ ਕਿਤੇ ਨਾ ਕਿਤੇ ਅੱਜ ਕੱਲ੍ਹ ਲੋਕ ਜਾਗਰੂਕ ਨੇ, ਉਹ ਗੱਲ ਸਮਝਦੇ ਨੇ ਵੀ ਇਹ ਨਹੀਂ ਹੋਣਾ ਚਾਹੀਦਾ। ਤੁਸੀਂ ਥੋੜ੍ਹਾ ਜਿਹਾ ਆਪਣੇ ਪਰਿਵਾਰ ਬਾਰੇ ਦੱਸੋ, ਕਿਉਂਕਿ ਮੈਂ ਤਾਂ ਜਾਣਦਾ ਹੀ ਹਾਂ, ਜਿਹੜੇ ਲੋਕ ਸਾਨੂੰ ਸੁਣਦੇ ਪਏ, ਕਿਉਂਕਿ 1947 ਤੋਂ ਲੈ ਕੇ ਜੇ ਹੁਣ ਤੱਕ ਮੈਂ ਗੱਲ ਕਰਾਂ ਤੇ ਤੁਹਾਡਾ ਤੇ ਤੁਹਾਡੇ ਪਰਿਵਾਰ ਦਾ ਇੱਕ ਵੱਡਾ ਯੋਗਦਾਨ ਵੀ ਰਿਹਾ ਕਾਂਗਰਸ ਪਾਰਟੀ ਦੇ ਵਿੱਚ ਵੀ, ਤੇ ਉਸ ਸਮੇਂ ਦੇ ਵਿੱਚ ਵੀ ਜਦੋਂ ਵੰਡ ਹੋਈ ਸੀਗੀ। ਥੋੜ੍ਹਾ ਜਿਹਾ ਆਪਣੇ ਪਰਿਵਾਰ ਬਾਰੇ ਦੱਸੋ। ਬਿਲਕੁਲ ਜੀ, ਮੇਰੇ ਪੜਦਾਦਾ ਜੀ ਸਰਦਾਰ ਭਾਗ ਸਿੰਘ ਚਹਿਲ, ਉਹ ਆਜ਼ਾਦੀ ਤੋਂ ਬਾਅਦ ਜਦੋਂ ਪਹਿਲੇ ਵਾਰ ਚੋਣ ਹੁੰਦੀ ਆ, ਬਤੌਰ ਭੋਪਾਲ ਪਿੰਡ ਦੇ ਸਰਪੰਚ ਚੁਣੇ ਗਏ ਸੀਗੇ 1954 ਦੇ ਆਸ-ਪਾਸ। ਉਸ ਤੋਂ ਬਾਅਦ ਲਗਾਤਾਰ ਫਿਰ ਪੜਦਾਦਾ ਜੀ ਤੋਂ ਬਾਅਦ ਦਾਦਾ ਜੀ, ਫਿਰ ਤਾਇਆ ਜੀ, ਅੱਜ ਵੀ ਸਰਪੰਚੀ ਆਪਣੇ ਘਰਾਂ 'ਚ ਮੇਰੇ ਕੋਲ ਹੀ ਆ। ਸੋ ਕਹਿਣ ਦਾ ਮਤਲਬ ਜਿਹੜਾ ਸਿਆਸੀ ਕੈਰੀਅਰ ਆ ਸਾਡਾ, ਸਾਡੇ ਪਰਿਵਾਰ ਦਾ, ਉਹਦਾ ਆਜ਼ਾਦੀ ਤੋਂ ਪਹਿਲਾਂ ਦੀ ਆ। ਅਸੀਂ ਨੇੜੇ ਤੇੜੇ ਪਿੰਡਾਂ ਦੇ ਵਿੱਚ ਮੇਰੇ ਬਜ਼ੁਰਗ ਕਹਿਣ ਤੋਂ ਭਾਵ ਸਿੱਖੀ ਨੂੰ ਪ੍ਰਮੋਟ ਕਰਦੇ ਸੀਗੇ, ਲੋਕਾਂ ਦੇ ਹੱਕਾਂ ਲਈ ਲੜਦੇ ਸੀ। ਬਹੁਤ ਜਿਹੜੇ ਮੁਸਲਮਾਨ ਭਾਈਚਾਰਾ ਗਾ ਜਿਹੜਾ ਸਾਡਾ, ਉਸ ਟਾਈਮ ਜਦੋਂ ਹੱਲਾ ਗੁੱਲਾ ਕਹਿ ਦਿੰਦੇ ਆਪਾਂ ਪੰਜਾਬੀ 'ਚ, ਹੱਲਾ ਗੁੱਲੇ ਵੇਲੇ ਦੀ ਗੱਲ ਕਰਦੇ ਹਾਂ, ਜਦੋਂ ਆਪਾਂ ਹੱਲਾ ਗੁੱਲਾ, ਜਦੋਂ ਵੰਡ ਹੋਈ ਸੀ ਉਹਨੂੰ ਹੱਲਾ ਗੁੱਲਾ ਕਿਹਾ ਜਾਂਦਾ ਸੀ। ਉਹ ਜਿਹੜੇ ਮੁਸਲਮਾਨ ਭਾਈਚਾਰਾ ਸਾਡਾ ਆਸੇ-ਪਾਸੇ ਪਿੰਡਾਂ 'ਚ ਵਸੇ ਨੇ, ਮੇਰੇ ਪੜਦਾਦਾ ਜੀ ਦਾ ਉਹਨਾਂ ਨੂੰ ਵਸਾਉਣ 'ਚ ਬਹੁਤ ਵੱਡਾ ਰੋਲ ਆ। ਉਹਨਾਂ ਲਈ ਖੜੇ ਸੀ ਕਿ ਇਹਨਾਂ ਦਾ ਕੀ ਕਸੂਰ ਆ। ਸੋ ਇੱਦਾਂ ਦੇ ਅਸੀਂ ਸਮਾਜਿਕ ਭਲਾਈ ਕੰਮ ਸਾਡੇ ਕੰਟੀਨਿਊ ਜਾਰੀ ਨੇ। ਮੇਰੇ ਪਿਤਾ ਜੀ ਆਪ ਕਬੱਡੀ ਕੋਚ ਸੀਗੇ ਔਰ ਉਹ ਇੰਟਰਨੈਸ਼ਨਲ ਕਬੱਡੀ ਖਿਡਾਰੀ ਵੀ ਸੀਗੇ। ਉਹਨਾਂ ਨੇ ਬੜੇ ਮੁੰਡਿਆਂ ਨੂੰ ਕਬੱਡੀ 'ਚ ਪ੍ਰਮੋਟ ਕੀਤਾ, ਉਹਨੂੰ ਨੌਕਰੀਆਂ ਦਵਾਈਆਂ, ਖੇਡਾਂ ਵੱਲ ਲੈ ਕੇ ਗਏ। ਮੈਂ ਆਪ ਏਸ਼ੀਅਨ ਗੋਲਡ ਮੈਡਲਿਸਟ, ਚੈਂਪੀਅਨਸ਼ਿਪਾਂ ਕਬੱਡੀ ਦਾ, ਨੈਸ਼ਨਲ ਦੇ ਬੜੇ ਮੈਡਲ ਆ ਮੇਰੇ ਕੋਲ। ਮੈਂ ਆਪਣੇ ਜ਼ਿਲ੍ਹੇ ਦਾ ਬਹੁਤ ਟਾਈਮ ਪਹਿਲਾਂ ਨਾਮ ਰੌਸ਼ਨ ਕੀਤਾ ਗਾ। ਸੋ ਕਬੱਡੀ ਨੂੰ ਮੈਂ ਵੀ ਬਹੁਤ ਪ੍ਰਮੋਟ ਕੀਤਾ ਗਾ। ਲਗਾਤਾਰ ਸਾਡਾ ਜਿਹੜਾ ਪਰਿਵਾਰ ਆ ਉਹ ਚੰਗੇ ਸਮਾਜਿਕ ਕੰਮਾਂ ਲਈ ਸਾਡੇ ਪਰਿਵਾਰ ਦੀ ਇੱਕ ਪਹਿਚਾਣ ਬਣੀ ਹੋਈ ਆ। ਲੋਕਾਂ ਲਈ ਸੱਚਾਈ ਦੇ 'ਤੇ ਚੱਲਣ ਵਾਲਾ ਪਰਿਵਾਰ ਆ ਸਾਡਾ। ਅੱਛਾ, ਮੈਨੂੰ ਇੱਕ ਚੀਜ਼ ਦੱਸੋ, ਸਿੱਧੂ ਮੂਸੇਵਾਲਾ ਮਾਨਸਾ ਸੀਟ ਲਈ ਮਿਸਫਿਟ ਹੈ ਜਾਂ ਸਿਆਸਤ ਲਈ ਮਿਸਫਿਟ ਸਮਝਦੇ ਹੋ? ਦੇਖੋ, ਹਰ ਇੱਕ ਦੇ ਅਲੱਗ-ਅਲੱਗ ਸੁਝਾਅ ਗਾ। ਜੋ ਮੇਰਾ ਨਜ਼ਰੀਆ, ਹਜੇ ਉਹ ਆਏ ਨੇ। ਪਹਿਲੀ ਗੱਲ ਤਾਂ ਮੂਸੇਵਾਲਾ ਸਾਹਿਬ ਸਾਡੇ ਮਾਨਸਾ ਜ਼ਿਲ੍ਹੇ ਦਾ ਮਾਨ ਨੇ, ਉਹਨਾਂ ਨੇ ਗਾਇਕੀ 'ਚ ਇੱਕ ਬਹੁਤ ਵੱਡਾ ਨਾਮ ਨਾ ਖੱਟਿਆ। ਮੇਰਾ ਉਹਨਾਂ ਨਾਲ ਕੋਈ ਵਿਚਾਰਿਆਂ ਨਾਲ ਕੋਈ ਨਿੱਜੀ ਮੇਰਾ ਤਾਂ ਕੋਈ ਰੌਲਾ ਨਹੀਂ ਗਾ, ਪਰ ਜਿਹੜੇ ਇਹ ਹਾਲਾਤ ਬਣੇ ਨੇ, ਪੋਲੀਟੀਕਲ ਹਾਲਾਤ ਬਣੇ ਨੇ, ਲੋਕਾਂ ਦਾ ਉਹਨਾਂ ਦੇ ਪ੍ਰਤੀ ਨਾਰਾਜ਼ਗੀ, ਉਹਨਾਂ ਦੇ ਪ੍ਰਤੀ ਕਮੈਂਟਬਾਜ਼ੀ ਕਰਨੀ, ਉਹਦੇ ਤੋਂ ਇੱਕ ਗੱਲ ਸਾਹਮਣੇ ਆਉਂਦੀ ਆ ਕਿ ਮੈਂ ਸੋਚਦਾ ਵੀ ਕੋਈ ਵੀ ਬੰਦਾ, ਚਾਹੇ ਉਹ ਸਿੰਗਰ ਆ, ਚਾਹੇ ਐਕਟਰ ਆ, ਉਹਨੂੰ ਇੱਕੋ ਦਮ ਪਾਰਟੀ 'ਚ ਆ ਕੇ
ਇੱਕੋ ਦਮ ਲੋਕਾਂ 'ਚ ਕੀ ਸੁਪਨਾ ਲੈ ਕੇ ਨਹੀਂ ਆਉਣਾ ਚਾਹੀਦਾ ਕਿ ਮੈਂ MLA ਬਣੂ ਕਿ ਮੈਂ MP ਬਣੂ। ਸਿੱਧਾ ਵੋਟਾਂ ਲਈ ਨਹੀਂ ਉਤਰਨਾ ਚਾਹੀਦਾ। ਜੀ ਆਇਆਂ ਨੂੰ ਪਾਰਟੀ 'ਚ ਆਓ, ਪਾਰਟੀ 'ਚ ਹੋਰ ਬੜੀਆਂ ਪੋਸਟਾਂ ਨੇ, ਪਾਰਟੀ 'ਚ ਜਨਰਲ ਸੈਕਟਰੀ ਬਣੋ, ਪਾਰਟੀ ਦੇ ਵਾਈਸ ਪ੍ਰਧਾਨ ਬਣੋ, ਯੂਥ 'ਚ ਕਿਤੇ ਅਹੁਦੇ 'ਤੇ ਆਓ, ਲੋਕਾਂ 'ਚ ਜਾਓ, ਲੋਕਾਂ ਲਈ ਕੰਮ ਕਰੋ। ਕੰਮ ਕਰਦਿਆਂ ਲੋਕ ਤੁਹਾਨੂੰ ਐਕਸੈਪਟ ਕਰਦੇ ਨੇ, ਫਿਰ ਇੱਕ ਅਲੱਗ ਗੱਲ ਆ। ਲੋਕ ਨਹੀਂ ਐਕਸੈਪਟ ਕਰਦੇ ਫਿਰ ਇੱਕ ਅਲੱਗ ਗੱਲ ਆ। ਪਹਿਲਾਂ ਕਹਿਣਾ ਬਹੁਤ ਔਖਾ ਗਾ ਕਿ ਜੀ ਮੈਂ ਇੱਥੋਂ 101% MLA ਬਣੂ, ਮੈਂ 15-20 ਸੀਟਾਂ ਕੱਢ ਕੇ ਤੁਹਾਡੀ ਝੋਲੀ ਪਾਊਂਗਾ। ਕਿਉਂ ਇਹ ਗੱਲਾਂ, ਇਹ ਤਾਂ ਹਾਲਾਤ ਦੇਖੋ ਜਿੱਦਣ ਉਹਨਾਂ ਨੇ ਜੁਆਇਨ ਕੀਤਾ ਗਾ ਉਸ ਤੋਂ ਬਾਅਦ ਤੁਸੀਂ ਆਪ ਸਮਝਦੇ ਹੋ ਕਿ ਜਿਹੜਾ ਯੂਥ ਆ ਉਹ ਟੋਟਲੀ, ਤੁਸੀਂ ਕਮੈਂਟ ਦੇਖਦੇ ਹੋ, ਤੁਸੀਂ ਸੋਸ਼ਲ ਮੀਡੀਆ 'ਤੇ ਚੈਨਲਾਂ 'ਤੇ ਰੂਟੀਨ 'ਚ ਦੇਖ ਰਹੇ ਹੋ ਕਿ ਵਿਰੋਧ ਹੋ ਰਿਹਾ ਗਾ, ਨੈਗੇਟਿਵਿਟੀ ਜ਼ਿਆਦਾ ਫੈਲੀ ਹੋਈ ਆ, ਅਤੇ ਉਮੀਦ ਇਹ ਸੀਗੀ ਕਿ ਪੂਰਾ ਮਾਹੌਲ ਬਣੂਗਾ। ਸੋ ਕਈ ਵਾਰੀ ਚੀਜ਼ ਜੋ ਆਪਾਂ ਸੋਚਦੇ ਹਾਂ ਉਹ ਨਹੀਂ ਹੁੰਦੀ। ਬਾਕੀ ਹੁਣ ਮੈਦਾਨ 'ਚ ਉਤਰਨਗੇ, ਉਸ ਤੋਂ ਬਾਅਦ ਦਿਨ ਵਰ ਦਿਨ ਕੀ ਹਾਲਾਤ ਪੈਦਾ ਹੁੰਦੇ ਨੇ ਤੁਹਾਡੇ ਸਾਹਮਣੇ ਹੋਣਗੇ। ਜੋ ਆ 4-5 ਦਿਨਾਂ ਦੇ ਹਾਲਾਤ ਨੇ, 10 ਦਿਨਾਂ ਦੇ, ਤੁਸੀਂ ਉਸ ਦਿਨ ਮਾਨਸਾ ਰੈਲੀ ਦੇ ਵਿੱਚ ਸੀਗੇ, ਉਹ ਵੀ ਤੁਹਾਡੇ ਸਾਹਮਣੇ ਆ। ਜਿਹੜੇ ਹੋਰ ਚੱਲ ਰਹੇ ਨੇ, ਕਿਸੇ ਪਿੰਡਾਂ 'ਚ ਜਾਂਦੇ ਨੇ, ਉੱਥੇ ਵਿਰੋਧ ਹੋਣਾ, ਉਹ ਵੀ ਤੁਹਾਡੇ ਸਾਹਮਣੇ ਆ। ਹਜੇ ਤੋਂ ਆਪਾਂ ਕਹਿ ਸਕਦੇ ਹਾਂ ਹਜੇ ਤਾਂ ਫਿਲਮ ਸ਼ੁਰੂ ਹੋਈ ਆ, ਐਂਡ ਤੱਕ ਦੇਖੋ ਕੀ ਹੁੰਦਾ ਗਾ। ਚੰਨੀ ਸਾਹਿਬ ਤੋਂ ਸੀਟ ਬੜੀ ਦੂਰ ਲੱਗੀ ਸੀਗੀ ਤੁਹਾਡੀ ਮਾਨਸਾ ਰੈਲੀ ਦੇ ਵਿੱਚ, ਸਟੇਜ ਦੇ ਉੱਤੇ, ਉਹਦਾ ਵੀ ਬੜਾ ਚਰਚਾ। ਚਲੋ ਮੈਂ ਇਹਦੇ ਬਾਰੇ ਕੋਈ ਕਹਿਣਾ ਨਹੀਂ ਚਾਹੁੰਦਾ। ਦੇਖੋ ਉਹਨਾਂ ਦੇ ਜਿਹੜੀ CM ਸਿਕਿਉਰਿਟੀ ਦਾ ਜਾਂ ਕੋਈ ਵੀ ਪਾਰਟੀ ਦਾ ਡਿਸਪਲਿਨ ਵਾਲਾ ਮੈਨੂੰ ਸਾਈਡ 'ਤੇ ਕਰਿਆ, ਨਾਲ ਬਿਠਾਇਆ, ਮੈਟਰ ਨਹੀਂ ਕਰਦਾ। ਕਿਉਂ ਨਹੀਂ ਮੈਟਰ ਕਰਦਾ? ਮੇਰੀ ਸੋਚ ਆ, ਮੈਂ ਸੰਗਠਨ ਲਈ ਦਿਲੋਂ ਕੰਮ ਕਰਦਾ, ਮੈਂ ਕਾਂਗਰਸ ਪਾਰਟੀ ਦਾ ਕਾਰਿਆ ਕਰਤਾਂਗਾ, ਮੈਂ ਜਜ਼ਬਾਤਾਂ ਨਾਲ ਉੱਥੇ ਕੰਮ ਕੀਤਾ ਹੋਇਆਗਾ। ਠੀਕ ਹੈ, ਮੇਰੇ ਲਈ ਸੀਟ ਦੀ ਅਹਿਮੀਅਤ ਨਹੀਂ ਹੈਗੀ, ਮੈਂ ਤੁਹਾਨੂੰ ਸੱਚ ਦੱਸਦਾ। ਨਾ ਹੀ ਮੇਰੇ ਲਈ ਕੋਈ ਇਹ ਗੱਲ ਹੈ ਵੀ ਟਿਕਟ ਦੀ ਅਹਿਮੀਅਤ ਆ ਕਿ ਮੈਂ ਉੱਥੋਂ ਹੁਣ ਇਸ ਵਾਰ ਟਿਕਟ ਲੜਨੀ ਆ, ਮੈਂ MLA ਬਣਨਾ। ਹਾਂ, ਮੇਰਾ ਮੇਰੇ ਦਿਲ 'ਚ ਮੇਰਾ ਸਵਾਲ ਜ਼ਰੂਰ ਆ ਕਿ ਜੇ ਕੋਈ ਮਿਹਨਤ ਕਰਦਾ, ਪ੍ਰੋਟੋਕੋਲ ਮੁਤਾਬਕ ਜਿਹਦੀ ਸੀਟ ਜਿੱਥੇ ਬਣਦੀ ਉਹਦੀ ਲਾਉਣੀ ਚਾਹੀਦੀ ਆ। ਠੀਕ ਹੈ, ਜੇ ਉਹਨੂੰ ਇਗਨੋਰ ਕੀਤਾ ਜਾਂਦਾ ਗਾ, ਇਹਦੇ 'ਚ ਮੈਂ ਕਹਿੰਦਾ ਵੀ ਮੇਰੀ ਗੱਲ ਨਹੀਂ, ਇਹਦੇ ਵਿੱਚ ਸਮੁੱਚੇ ਸੰਗਠਨ ਦੀ ਗੱਲ ਆ। ਜਦ ਅਸੀਂ ਕਾਂਗਰਸ ਨੂੰ ਜਾਂ ਕਾਂਗਰਸ ਦੇ ਕਾਰਿਆਕਰਤਾ ਨੂੰ, ਜਿਹੜੇ ਨੌਜਵਾਨ ਪੰਜਾਬ ਦਾ ਇੱਕ ਆਉਣ ਵਾਲਾ ਭਵਿੱਖ ਨੇ, ਜਿਹੜੇ ਨੇ ਆਪਣੀ ਜਵਾਨੀ, ਜਿਹੜੀ ਚੜ੍ਹਦੀ ਜਵਾਨੀ ਆ, ਕਿਸੇ ਪਾਰਟੀ ਦੇ ਲੇਖੇ ਲਾਈ ਆ, ਅਤੇ ਜੇ ਉਹ ਇਗਨੋਰ ਕੀਤੇ ਜਾਣਗੇ, ਜਿਹੜੇ ਲਗਾਤਾਰ 10-12 ਸਾਲਾਂ ਤੋਂ ਇੱਕ ਟੀਚਾ ਲੈ ਕੇ ਚੱਲੇ ਨੇ, ਜਿਹੜਾ ਨੇ ਕੀ ਸੁਪਨਾ ਕਿ ਸਾਡਾ ਪ੍ਰਧਾਨ ਮੰਤਰੀ ਰਾਹੁਲ ਗਾਂਧੀ ਹੋਣਾ ਚਾਹੀਦਾ, ਜਿਨ੍ਹਾਂ ਦੇ ਕੁੱਟ-ਕੁੱਟ ਕੇ ਭਰਿਆ ਜਾਂਦਾ ਦਿਲ ਦਿਮਾਗ 'ਚ ਕਿ ਰਾਹੁਲ ਗਾਂਧੀ ਜੀ ਸੋਚ ਨੂੰ ਅਸੀਂ ਘਰਾਂ ਤੱਕ ਲੈ ਕੇ ਜਾਣਾ। ਜੇ ਉਹ ਲੋਕ ਵੱਡੀਆਂ ਰੈਲੀਆਂ 'ਤੇ ਉਹਨਾਂ ਦਾ ਮਾਨ ਸਨਮਾਨ ਨਹੀਂ ਹੋਊਗਾ ਜਾਂ ਉਹਨਾਂ ਨੂੰ ਕਿਸੇ ਗੱਲ 'ਚੋਂ ਇਗਨੋਰ ਕੀਤਾ ਜਾਊਗਾ, ਅਤੇ ਕਿਤੇ ਨਾ ਕਿਤੇ ਜਿਹੜਾ ਕਾਂਗਰਸ ਪਾਰਟੀ ਦਾ, ਚਾਹੇ ਨੌਜਵਾਨਾਂ ਦਾ, ਚਾਹੇ ਵੱਡੀ ਕਾਂਗਰਸ ਦੀ ਗੱਲ ਕਰੀਏ, ਉਹ ਕੇਡਰ ਖਰਾਬ ਵੀ ਹੋਊਗਾ, ਉਹਦਾ ਕਿਤੇ ਨਾ ਕਿਤੇ ਸਾਨੂੰ ਨੁਕਸਾਨ ਹੋਊਗਾ। ਅਸੀਂ ਪਾਰਟੀ ਜੇ ਤਕੜੀ ਕਰਨੀ ਆ, ਸਾਨੂੰ ਜਿਹੜੇ ਨੌਜਵਾਨ ਆ ਉਹਨਾਂ ਦੀਆਂ ਇਛਾਵਾਂ ਅਤੇ ਜਿਹੜੇ ਸੀਨੀਅਰ ਕਾਂਗਰਸ ਦੀ ਲੀਡਰਸ਼ਿਪ ਆ, ਜਿਹੜੇ ਲਗਾਤਾਰ ਮਿਹਨਤ ਕਰ ਰਹੇ ਨੇ, ਉਹਨਾਂ ਨੂੰ ਮਾਨ ਸਨਮਾਨ ਦੇਣਾ ਪਹਿਲ ਦੇ ਆਧਾਰ 'ਤੇ ਆ। ਚਾਹ ਸਾਹਿਬ, ਤੁਹਾਡੇ ਤੋਂ ਦੋਸ਼ ਵੀ ਹੈਗਾ। ਦੋਸ਼ ਇਹ ਹੈਗਾ ਕਿ ਤੁਹਾਡੇ ਸਮਰਥਕ ਬਹੁਤ ਸੀਗੇ ਉੱਥੇ, ਹੱਥਾਂ ਦੇ ਵਿੱਚ ਉਹਨਾਂ ਦੇ ਤਖਤੀਆਂ ਵੀ ਫੜੀਆਂ ਹੋਈਆਂ ਸੀਗੀਆਂ ਜੀ, ਅਤੇ ਜਸਵਿੰਦਰ ਚਹਿਲ ਦਾ ਵੱਡਾ ਚਿਹਰਾ, ਖੂਬਸੂਰਤ ਫੋਟੋ ਛਪੀ ਹੋਈ ਸੀਗੀ, ਨਾਲ ਨਾਅਰੇਬਾਜ਼ੀ ਵੀ ਹੋ ਰਹੀ ਸੀਗੀ। ਲੇਕਿਨ ਉਹੀ ਜੋ ਸਮਰਥਕ ਸੀਗੇ, ਜਦੋਂ ਸਿੱਧੂ ਮੂਸੇਵਾਲਾ ਮਾਈਕ ਵੱਲ ਨੂੰ ਜਾਂਦੇ ਆ ਤਾਂ ਨਾਅਰੇ ਲਗਾਉਣੇ ਸ਼ੁਰੂ ਕਰ ਦਿੰਦੇ ਆ। ਇਹ ਜੋ ਦੋਸ਼ ਹੈ ਕਿੰਨਾ ਕੁ ਸਹੀ ਹੈ, ਜਾਇਜ਼ ਹੈ? ਦੇਖੋ ਜੀ, ਸਾਰਿਆਂ ਨੇ ਮੈਨੂੰ ਕਿਹਾ ਕਿ ਇਹ ਕੰਮ ਤੂੰ ਕਰਾਇਆ, ਪਰ ਬਿਲਕੁਲ ਗਲਤ ਗੱਲ ਆ। ਇਹ ਸ਼ਰਾਰਤ ਇੱਕ ਰਾਜਨੀਤਿਕ ਤੌਰ 'ਤੇ ਮੈਨੂੰ ਘੇਰਨ ਲਈ, ਮੈਨੂੰ ਠੋਕਣ ਲਈ ਮੈਂ ਸੱਚ ਕਹਿਣਾ। ਕਿਉਂਕਿ ਦੇਖੋ, ਮੈਂ ਇੱਕ ਆਮ ਪਰਿਵਾਰ ਦਾ 20-22 ਕਿੱਲੇ ਜ਼ਿਮੀਂਦਾਰਾਂ ਦਾ ਮੁੰਡਾ ਗਾ। ਮੈਂ ਸਟੇਜ ਤੋਂ ਰਾਜਾ ਵੜਿੰਗ ਸਾਹਿਬ ਵੀ ਤੁਹਾਡੇ ਕੋਲ ਵਾਰ-ਵਾਰ ਆ ਕੇ ਤੁਹਾਨੂੰ ਕਹਿੰਦੇ ਸੀਗੇ ਕਿ ਰੋਕੋ ਯਾਰ, ਕੀ ਕਰਦੇ ਪਏ ਆ, ਤੁਹਾਡੇ ਕੋਲ ਆ ਕੇ ਉਹਨਾਂ ਨੂੰ ਰਿਕੁਐਸਟ ਕਰਨੀ ਪੈਂਦੀ ਸੀਗੀ। ਦੇਖੋ, ਵੜਿੰਗ ਸਾਹਿਬ ਮੇਰੇ ਵੱਡੇ ਭਰਾ ਨੇ, ਕੋਈ ਰਿਕੁਐਸਟ ਵਾਲੀ ਕੋਈ ਗੱਲ ਨਹੀਂ, ਉਹ ਮੇਰੇ ਵੱਡੇ ਭਰਾ ਨੇ, ਸਤਿਕਾਰਯੋਗ ਨੇ, ਸਾਡੇ ਆਈਡਲ ਨੇ। ਉਹਨਾਂ ਨੇ ਸੰਗਠਨ ਤੋਂ ਛੋਟੇ ਜਿਹੇ ਜ਼ਿਲ੍ਹਾ ਪ੍ਰਧਾਨਗੀ ਤੋਂ ਕਿੱਥੇ ਤੱਕ ਗਏ ਨੇ, ਇੱਕ ਉਮੀਦ ਆ ਉਹ ਸਾਡੀ। ਮੈਂ ਉਹਨਾਂ ਕੋਲ ਆਪਣੀ ਗੁਹਾਰ ਵੀ ਲਾਈ ਹੈ ਵੀ ਤੁਸੀਂ ਸੰਗਠਨ ਦੇ ਬੰਦੇ ਹੋ, ਤੁਸੀਂ ਬਹੁਤ ਸੰਗਠਨ ਤੋਂ ਮੇਰੇ ਵਾਂਗੂ ਸੰਘਰਸ਼ ਕਰਕੇ ਆਏ ਹੋ। ਮੈਂ ਉੱਥੇ ਜਿਹੜੀ ਤੁਹਾਨੂੰ ਮੈਂ ਦੱਸਦਾ, ਜਿਹੜੀ ਉੱਥੇ ਅਸਲ ਕਹਾਣੀ ਹੋਈ, ਦੇਖੋ ਇਹ 'ਚ ਕੋਈ ਦੋ ਰਾਏ ਨਹੀਂ ਕਿ ਉੱਥੇ ਵਿਰੋਧ ਹੋਇਆ, ਪਰ ਜਦ ਤਾਂ ਇਹ ਮੰਨ ਲੈਣ ਫਿਰ ਸਾਰੇ ਜਾਣੇ, ਕਿਹੜਾ ਉਹ ਪੰਡਾਲ ਸੀ, ਉਹ ਜਸਵਿੰਦਰ ਚਹਿਲ ਦਾ ਸੀ, 8-10 ਹਜ਼ਾਰ। ਕਿਉਂਕਿ ਉਹ ਜਿਹੜਾ ਵਿਰੋਧ ਹੋਇਆ ਉਹ ਪੂਰੇ ਪੰਡਾਲ 'ਚ ਹੋਇਆ, ਤੁਸੀਂ ਉੱਥੇ ਮੌਜੂਦ ਸੀ। ਤੁਸੀਂ ਕੋਈ ਵੀ ਵੀਡੀਓ ਦੇਖ ਲਓ, ਕੋਈ 200-400-500 ਬੰਦੇ ਦੀ ਹੂਟਿੰਗ ਤੋਂ ਲੱਗ ਨਹੀਂ ਰਹੀ, ਤੁਸੀਂ ਦੇਖਦੇ ਹੋ। ਤਾਂ ਪੂਰੇ ਪੰਡਾਲ ਦਾ ਵਿਰੋਧ ਆ। ਜੇ ਇਹ ਨਹੀਂ ਮੰਨਣ ਨੂੰ ਤਿਆਰ ਵੀ ਉਹ ਪੰਡਾਲ ਦਾ ਵਿਰੋਧ ਆ, 200-400 ਬੰਦਾ ਗਾ, ਤਾਂ ਇਹ ਮੈਂ ਨਹੀਂ ਮੰਨਣ ਨੂੰ ਤਿਆਰ, ਕਿਉਂਕਿ ਵੀਡੀਓ ਦੇਖੋ 200 ਬੰਦਾ ਤੁਸੀਂ ਹੂਟਿੰਗ ਹੀ ਨਹੀਂ ਕਰ ਰਿਹਾ। ਦੇਖੋ, ਲੋਕਾਂ ਦੇ ਆਪਣੇ ਜਜ਼ਬਾਤ ਨੇ, ਉੱਥੇ ਇਕੱਲਾ ਇਹਨੂੰ ਰਾਜਨੀਤਿਕ ਤੌਰ 'ਤੇ ਨਾ ਜੋੜੋ। ਹੋ ਸਕਦਾ ਉੱਥੇ ਮਾਨ ਸਾਹਿਬ ਦੇ ਫੈਨ ਆਏ ਹੋਣ, ਹੋ ਸਕਦਾ ਉੱਥੇ ਸਰਤਾਜ ਦੇ ਫੈਨ ਆਏ ਹੋਣ, ਹੋ ਸਕਦਾ ਉੱਥੇ ਕਿਸੇ ਹੋਰ ਸਿੰਗਰ ਦੇ ਫੈਨ ਆਏ ਹੋਣ, ਉਹ ਸਿੱਧੂ ਮੂਸੇਵਾਲੇ ਨੂੰ ਨਾ ਪਸੰਦ ਕਰਦੇ ਹੋਣ।
ਇਹ ਵੀ ਗੱਲ ਦੇਖੋ ਨਾ, ਤੁਸੀਂ ਇਕੱਲੇ ਨੂੰ ਰਾਜਨੀਤਿਕ ਤੌਰ ਤੇ ਨਾ ਜੋੜੋ, ਕਿਉਂਕਿ ਹੱਥਾਂ ਦੇ ਵਿੱਚ ਤਖਤੀਆਂ ਸਰਤਾਜ ਸਾਹਿਬ ਦੀਆਂ ਨਹੀਂ ਸੀਗੀਆਂ, ਤੁਹਾਡੀਆਂ ਸੀਗੀਆਂ। ਮੈਂ ਤਾਂ ਪੋਲੀਟੀਕਲ ਬੰਦਾ ਗਾ, ਅਸੀਂ ਤਾਂ ਆਪਣਾ ਪਛਾਣ ਦਿਖਾਉਣੀ ਹੁੰਦੀ ਆ ਕਿ ਅਸੀਂ ਆ ਨੌਜਵਾਨਾਂ 'ਚ ਜੋਸ਼ ਸੀਗਾ, ਮੈਂ ਕੰਮ ਕੀਤਾ, ਮੈਂ ਕਿਉਂ ਨਾ ਉਹ ਮੇਰੀਆਂ ਤਖਤੀਆਂ ਫੜ ਕੇ ਕਿਉਂ ਨਾ ਉਹ ਮੈਨੂੰ ਮਜ਼ਬੂਤ ਕਰਨ, ਕਿਉਂਕਿ ਜਦੋਂ ਕਰੋਨਾ ਦਾ ਟਾਈਮ ਸੀ, ਕਿਸਾਨੀ ਦਾ ਟਾਈਮ ਸੀ, ਦੁੱਖ ਸੁੱਖ 'ਚ ਮੈਂ ਮਰਿਆ ਉਹਨਾਂ ਲਈ, ਮੈਂ ਹਰ ਮੋੜ ਤੇ ਖੜਿਆ। ਕੋਈ ਮੈਂ 10 ਸਾਲ ਹੋ ਗਏ ਲਗਾਤਾਰ ਮੈਂ ਦਿਨ ਰਾਤ ਇੱਕ ਕਰਕੇ ਸਿਆਸਤ ਕਰਨੀ ਬਾਈ ਜੀ ਬਹੁਤ ਔਖੀ ਆ, ਆਮ ਘਰ ਦੇ ਮੁੰਡੇ ਨੂੰ ਖਾਸ ਕਰਕੇ। ਮੈਂ ਆਪਣਾ ਸਾਰਾ ਕੁਝ ਦਾਅ 'ਤੇ ਲਾਇਆ ਹੋਇਆ ਗਾ, ਈਵਨ ਕਿ ਕਹਿਣ ਤੋਂ ਭਾਵ ਬਹੁਤ ਸੌਖਾ। ਮੈਨੂੰ ਤਾਂ ਕਈ ਲੀਡਰ ਸਾਹਿਬਾਨ ਇਹ ਕਹਿਣਗੇ ਵੀ ਇਹ ਰਾਹੁਲ ਗਾਂਧੀ ਦਾ ਟਿਕਟੀਆ ਤੁਰਿਆ ਫਿਰਦਾ ਗਾ, ਮਜ਼ਾਕ ਕਰਦੇ ਨੇ। ਚਹਿਲ ਸਾਹਿਬ ਇੱਕ ਚੀਜ਼ ਤਾਂ ਮੈਂ ਕਹਿ ਦਿੰਦਾ ਕੈਮਰੇ ਦੇ ਉੱਤੇ, ਸਵਾਲ ਜਵਾਬ ਆਪਣੀ ਜਗ੍ਹਾ ਹੈਗੇ ਆ, ਸਾਡਾ ਕੰਮ ਅਸੀਂ ਕਰਾਂਗੇ, ਕਿਉਂਕਿ ਸਹਾਰਨਪੁਰ ਬਾਰਡਰ ਤੇ ਮੈਂ ਤੁਹਾਨੂੰ ਵੇਖਿਆ ਹੈ ਜਦੋਂ ਯੂਪੀ ਪੁਲਿਸ ਦੇ ਨਾਲ ਭਿੜ ਗਏ ਸੀਗੇ ਨਵਜੋਤ ਸਿੰਘ ਸਿੱਧੂ, ਰਾਜਾ ਵੜਿੰਗ, ਤੇ ਤੁਸੀਂ ਅੱਗੇ ਹੋ ਕੇ ਡਾਂਗਾ ਵੀ ਖਾਧੀਆਂ। ਬਿਲਕੁਲ ਜੀ, ਕੋਈ ਸਹਾਰਨਪੁਰ ਦੀ ਗੱਲ ਨਹੀਂ, ਚਾਹੇ ਉੱਥੇ ਅਸੀਂ ਦਿੱਲੀ ਟਰੈਕਟਰ ਫੂਕਿਆ, ਉਹਦੇ 'ਚੋਂ ਵੀ ਤੁਸੀਂ ਵੀਡੀਓ ਦੇਖੋ, ਟਰੈਕਟਰ ਨੂੰ ਜਿਹੜਾ ਧੱਕਾ ਮਾਰਦਾ ਸੰਸਦ ਵਾਲੇ ਉਹ 'ਚੋਂ, ਤੇ ਉਹ ਬਾਂਹ 'ਤੇ ਸੱਟ ਲੱਗਦੀ ਆ, ਮੈਂ ਡਿੱਗਦਾ ਉਹਦੇ ਤੋਂ, ਉਹ ਮੈਂ ਹੀ ਸੀਗਾ। ਮੇਰਾ ਕਹਿਣ ਦਾ ਮਤਲਬ ਕਿ ਹਰ ਇੱਕ ਮੂਵਮੈਂਟ 'ਤੇ ਮੈਂ ਅੱਗੇ ਹੋ ਕੇ ਲੜਾਈ ਲੜੀ ਆ। ਤੇ ਫਿਰ ਉਦੋਂ ਕਿਉਂ ਨਾ ਮੇਰੇ ਲੋਕ, ਕਿਉਂ ਨਾ ਮੇਰੇ ਸਮਰਥਕ ਦੁੱਖ ਮਨਾਉਣੇ ਇਹ ਗੱਲ ਦਾ, ਜਦੋਂ ਉਹਨਾਂ ਦਾ ਆਪਣਾ ਕੋਈ ਉਹਨਾਂ ਦਾ ਭਰਾ ਜਦ ਪਿਸਦਾ ਤੇ ਤਕਲੀਫ ਤਾਂ ਬਾਈ ਜੀ ਹੋਣੀ ਆ। ਕਿਉਂ ਮੈਂ ਇੱਕ ਚੀਜ਼ ਹੋਰ ਵੇਖੀ ਸੀਗੀ, ਜਦੋਂ ਰੌਲਾ ਪੈਂਦਾ ਸੀਗਾ ਸਟੇਜ ਤੋਂ ਥੱਲੇ ਨਾਅਰੇ ਲੱਗਣੇ ਸ਼ੁਰੂ ਹੋ ਗਏ ਸੀਗੇ ਸਿੱਧੂ ਦੇ ਖਿਲਾਫ, ਤਾਂ ਤੁਸੀਂ ਖੜੇ ਹੋ ਕੇ ਉਂਗਲ ਜੀ ਐਂ ਕੀਤੀ ਤਾਂ ਸਾਰੇ ਸ਼ਾਂਤ ਹੋ ਗਏ ਸੀਗੇ। ਮੈਂ ਉਹਨਾਂ ਨੂੰ ਕਿਹਾ ਕਿਉਂ ਮੇਰੇ ਨੂੰ ਤੁਸੀਂ, ਮੇਰੇ ਸਾਰਿਆਂ ਨੂੰ ਇਹ ਸੀ ਵੀ ਚੁਸ਼ਪਿੰਦਰ ਜੇ ਕਹੂ ਤਾਂ ਮੰਨ ਲੈਣਗੇ, ਜੋ ਕੋਈ ਦੋ ਰਹਿਣੀ ਜੀ, ਨੌਜਵਾਨ ਪਿਆਰ ਕਰਦੇ ਨੇ। ਦੇਖੋ ਮੈਂ ਬਿਲਕੁਲ ਜਦੋਂ ਉੱਥੇ ਖੜਾ ਹੋ ਕੇ ਕਿਹਾ ਤਾਂ ਉਹਨੇ ਮੇਰੀ ਗੱਲ ਵੀ ਮੰਨੀ, ਤੇ ਜਦ ਮੈਂ ਬੋਲਿਆ ਤੇ ਮੈਨੂੰ ਹੌਸਲਾ ਵੀ ਦਿੱਤਾ। ਦੇਖੋ ਮੇਰੀ ਕਮਾਈ ਆ, ਇਹ ਮੇਰੀ ਕਮਾਈ ਆ, ਮੈਂ ਇਹੋ ਕਹਿਣਾ ਚਾਹਣਾ, ਮੈਂ ਇਹੋ ਹੀ ਕਹਿਣਾ ਚਾਹਣਾ ਵੀ ਤੁਸੀਂ ਇਸ ਚੀਜ਼ ਨੂੰ ਗਲਤ ਪਾਸੇ ਨਾ ਲੈ ਕੇ ਜਾਓ ਕਿ ਕੋਈ ਬਹੁਤ ਵੱਡਾ ਸਿੰਗਰ ਹੋ ਸਕਦਾ, ਕੋਈ ਵਿਦਵਾਨ ਹੋ ਸਕਦਾ, ਕੋਈ ਦੁਨੀਆ 'ਚ ਵੱਡਾ ਨਾਮੀ ਹੋ ਸਕਦਾ, ਪਰ ਸਿਆਸਤ ਦੇ ਵਿੱਚੋਂ ਫਿੱਟ ਹੋਊਗਾ ਇਹ ਨਹੀਂ ਹੋ ਸਕਦਾ ਵੀ ਉਹ ਸਿਆਸਤ ਦੇ ਵਿੱਚ ਵੀ ਇੱਕ ਨੰਬਰ ਹੋਊਗਾ, ਉਹ ਸਿੰਗਿੰਗ 'ਚ ਵੀ ਇੱਕ ਨੰਬਰ, ਉਹ ਸਪੋਰਟਸ 'ਚ ਵੀ ਇੱਕ ਨੰਬਰ ਹੋਊਗਾ। ਹਰ ਇੱਕ ਖੇਤਰ ਦੀ ਅਲੱਗ-ਅਲੱਗ ਰਾਸਤੇ ਨੇ। ਕੋਈ ਵੀ ਬੰਦਾ ਜਦੋਂ ਭੱਜਣਾ, ਮੰਜ਼ਿਲ ਹਾਸਲ ਕਰਨੀ, ਦੋ ਰਾਸਤਿਆਂ 'ਤੇ ਭੱਜ ਕੇ ਨਹੀਂ ਹੋਣੀ, ਉਹਨੂੰ ਇੱਕ ਏਮ ਚੁਣਨਾ ਪੈਣਾ। ਮੈਂ ਚੁਣਿਆ ਵੀ ਮੈਂ ਰਾਹੁਲ ਗਾਂਧੀ ਦੀ ਸੋਚ, ਸਾਡੇ ਸੰਗਠਨ ਦੀ ਸੋਚ, ਉਹ ਲੋਕਾਂ ਦੇ ਘਰ ਤੱਕ ਲੈ ਕੇ ਜਾਵਾਂ, ਤੇ ਉਹ ਲੋਕਾਂ ਦੇ ਜਜ਼ਬਾਤ ਮੇਰੇ ਨਾਲ ਜੁੜੇ ਹੋਏ ਨੇ। ਮੈਂ ਲਗਾਤਾਰ ਕੰਮ ਕਰ ਰਿਹਾ। ਮੈਂ ਕੀ ਕੋਈ ਵੀ ਕਾਂਗਰਸ ਪਾਰਟੀ ਦਾ ਕਿਸੇ ਵੀ ਖੇਤਰ 'ਚ ਕੋਈ ਪੁਰਾਣਾ ਬੰਦਾ ਜਦੋਂ ਕੰਮ ਕਰਦਾ, ਲੋਕ ਉਹਦੇ ਨਾਲ ਤੁਰਦੇ ਨੇ, ਜੁੜਦੇ ਨੇ। ਕੋਈ ਨਵਾਂ ਆਉਂਦਾ ਗਾ ਉਹਨੂੰ ਲੋਕ ਨਹੀਂ ਐਕਸੈਪਟ ਕਰਦੇ। ਰੈਲੀ ਦੀ ਗੱਲ ਆਪਾਂ ਵਾਰ-ਵਾਰ ਕਰ ਰਹੇ ਹਾਂ, ਮੈਂ ਰੈਲੀ 'ਤੇ ਤੁਹਾਨੂੰ ਕਲੀਅਰ ਦੱਸਣਾ ਚਾਹੁੰਦਾ ਕਿ ਸਟੇਜ ਦੇ ਉੱਪਰ ਤੁਸੀਂ ਹਾਲਾਤ ਦੇਖੇ ਨੇ, ਨੌਜਵਾਨਾਂ 'ਚ ਕਿਤੇ ਨਾ ਕਿਤੇ ਜ਼ਰੂਰ ਸੀ ਕਿ ਸਾਡਾ ਭਰਾ, ਇਹਦਾ ਕੋਈ ਸਹਾਰਾ ਨਹੀਂ, ਠੀਕ ਹੈ। ਤੇ ਅੱਜ ਸਾਰੀ ਲੀਡਰਸ਼ਿਪ ਪਹੁੰਚੀ ਹੋਈ ਆ, ਤੇ ਉਹਨਾਂ ਨੂੰ ਦੇਖੋ ਇਹ ਵੀ ਲੋਕਾਂ ਨੇ ਤਾਂ ਸਵਾਲ ਕੀਤੇ ਨੇ ਕਿ ਮੂਸੇਵਾਲਾ ਸਾਹਿਬ ਨੂੰ ਜੁਆਇਨ ਕਰਾਇਆ, ਕੋਈ ਪਾਰਟੀ ਦੇ ਵਿੱਚ ਉਹਨਾਂ ਦੀ ਕੋਈ ਐਡੀ ਵੱਡੀ ਅਜੇ ਤੱਕ ਦੇਣ ਨਹੀਂ ਹੈਗੀ। ਤੁਸੀਂ ਦੇਖੋ ਕੀ ਦੇਣਾ, ਮੈਨੂੰ ਦੱਸੋ। ਸਾਡੇ ਮਾਨਸਾ ਜ਼ਿਲ੍ਹੇ ਦੇ ਵਿੱਚ ਉਹਨਾਂ ਨੇ ਕਰੋਨਾ ਲਈ ਕੀ ਕੀਤਾ, ਉਹਨਾਂ ਨੇ ਕਿਸਾਨੀ ਲਈ ਕੀ ਕੀਤਾ, ਉਹਨਾਂ ਨੇ ਗਰੀਬ ਬੱਚਿਆਂ ਲਈ ਕੀ ਕੀਤਾ, ਕਿੰਨੇ ਪਰਿਵਾਰ ਸ਼ਹੀਦ ਹੋਏ ਨੇ ਕਿਸਾਨੀ 'ਚ, ਉਹਨਾਂ ਲਈ ਕੀ ਕੀਤਾ। ਮਤਲਬ ਇਹ ਜ਼ਰੂਰੀ ਨਹੀਂ ਉਹਨਾਂ ਨੇ ਕਿਹਾ ਵੀ ਮੈਂ ਸੇਵਾ ਕਰਨੀ ਚਾਹੁੰਦਾ, ਉਹ ਬਿਲਕੁਲ ਸੇਵਾ ਕਰਨ, ਪਾਰਟੀ ਦੇ ਵਿੱਚ ਸੇਵਾ ਕਰ ਸਕਦੇ ਨੇ, ਪਰ ਮੈਂ ਕਹਿਣਾ ਸੇਵਾ ਕਰਨ ਲਈ ਕੋਈ ਜ਼ਰੂਰੀ ਨਹੀਂ ਵੀ MLA MP ਬਣਨਾ। ਮੈਂ ਵੀ ਸੇਵਾ ਕਰ ਰਿਹਾ, ਟਿਕਟ ਦੇ ਦਿੱਤੀ ਤਾਂ ਵੀ ਠੀਕ ਆ, ਪਾਰਟੀ ਨੇ ਨਹੀਂ ਦਿੱਤੀ ਤਾਂ ਵੀ ਠੀਕ ਆ, ਪਰ ਮੇਰੀ ਸੇਵਾ ਤਾਂ ਨਹੀਂ ਬੰਦ ਹੋਣੀ। ਜਾਂ ਜਿਹੜੇ ਹੋਰ ਕਾਂਗਰਸੀ ਮੇਰੇ ਸੀਨੀਅਰ ਭਰਾ ਮਾਨਸਾ ਦੇ ਜਿਹੜੇ ਮੇਰੇ 4-4 10-10 ਸਾਲ 15-15 ਸਾਲ ਮੇਰੇ ਸੀਨੀਅਰ ਨੇ, ਉਹਨੂੰ ਅਜੇ ਤੱਕ ਕੁਝ ਵੀ ਨਹੀਂ ਮਿਲਿਆ। ਬਾਅਦ 'ਚ ਆ ਕੇ ਕੋਈ ਜ਼ਿਲ੍ਹਾ ਪ੍ਰਧਾਨਗੀ ਲੈ ਗਿਆ, ਕੋਈ ਜ਼ਿਲ੍ਹਾ ਮਤਲਬ ਕਿ ਪਲੈਨਿੰਗ ਬੋਰਡ ਦੀ ਚੇਅਰਮੈਨੀ ਲੈ ਗਿਆ, ਉਹ ਅੱਜ ਵੀ ਵਿਚਾਰੇ ਲੱਗੇ ਹੋਏ ਨੇ। ਉਹ ਲੋਕਾਂ ਨੂੰ ਜਦੋਂ ਅਸੀਂ ਇਗਨੋਰ ਕਰਾਂਗੇ ਤਾਂ ਨਵਿਆਂ ਨੂੰ ਲਿਆਵਾਂਗੇ। ਨਵਿਆਂ ਦੀ ਆੜ ਦੇ ਵਿੱਚ ਉਹ ਲੋਕ ਨਾ ਗਵਾ ਲਈਏ ਜਿਹੜਾ ਨੇ ਹਮੇਸ਼ਾ ਆਪਣੀ ਜ਼ਿੰਦਗੀ ਦਾਅ 'ਤੇ ਲਾ ਕੇ ਪਾਰਟੀ ਲਈ ਖੜੇ ਨੇ। ਅਤੇ ਕਈ ਵਾਰ ਫਿਰ ਇਹ ਹਾਲਾਤ ਬਣ ਜਾਂਦੇ ਨੇ, ਨਵਾਂ ਜਿਹੜਾ ਹੁੰਦਾ ਗਾ ਉਹ ਮੁੜ ਕੇ ਭਾਲਿਆ ਨਹੀਂ ਇੱਥੇ ਆਉਂਦਾ, ਵਕਤ ਪਏ ਤੇ ਉਦੋਂ ਉਹੀ ਪੁਰਾਣੇ ਲੋਕ ਜਿਹੜੇ ਕਹਿੰਦੇ ਵੀ ਆਪਣਾ ਮਾਰੂ ਸਾਵੇਂ ਸੁੱਟੂਗਾ, ਅਤੇ ਉਹੀ ਫਿਰ ਆਉਂਦੇ ਨੇ ਅਤੇ ਉਹੀ ਫਿਰ ਮੋਢਾ ਲਾਉਂਦੇ ਨੇ। ਮੇਰਾ ਕਹਿਣ ਦਾ ਮਤਲਬ ਇੱਕੋ ਆ, ਨੌਜਵਾਨਾਂ ਦਾ ਜਿਹੜਾ ਜੋਸ਼ ਆ, ਨੌਜਵਾਨ ਅੱਜ ਕਿਸੇ ਚੀਜ਼ ਨੂੰ ਪਸੰਦ ਕਰਦੇ ਨੇ, ਉਹ ਜ਼ਰੂਰ ਦੇਖਣਾ ਚਾਹੀਦਾ। ਉਹ ਜ਼ਰੂਰੀ ਨਹੀਂ ਕਿ ਸਿਆਸਤ ਦੇ ਵਿੱਚ ਇੱਕ ਜੇ ਸਿੰਗਰ ਆ ਗਿਆ ਜਾਂ ਕੋਈ ਐਕਟਰ ਆ ਗਿਆ ਉਹੀ ਸਿਆਸਤ ਕਰ ਸਕਦਾ। ਇਹ ਭੁਲੇਖਾ। ਸਿਆਸਤ ਸੇਵਾ ਕਰਨ ਵਾਲੇ ਦੀ ਆ, ਸਿਆਸਤ ਮੁੱਦਿਆਂ ਦੀ ਆ। ਤੁਸੀਂ ਸਿਖਾ ਦਿਓ ਸਿੱਧੂ ਨੂੰ ਸਿਆਸਤ ਕਿਵੇਂ ਹੁੰਦੀ ਹੈ, ਸਿਆਸੀ ਮਾਰਗਦਰਸ਼ਨ ਕਰ ਦਿਓ ਉਹਨਾਂ ਦਾ। ਨਹੀਂ ਜੀ, ਉਹ ਸਿਆਸੀ ਗੁਰੂ ਬਣ ਜਾਓ, ਉਸਤਾਦ ਬਣ ਜਾਓ। ਨਹੀਂ, ਉਸਤਾਦ ਤਾਂ ਚਲੋ ਮੇਰੇ ਤਾਂ ਉਹ ਛੋਟੇ ਭਰਾ ਨੇ, ਅਸੀਂ ਤਾਂ ਹਮ ਉਮਰ ਆ, ਕਿਉਂਕਿ ਉਹਨਾਂ ਕੋਲੇ ਵੱਡਾ ਨਾਮ ਆ, ਵੱਡਾ ਫੇਮ ਆ। ਬਾਕੀ ਅੱਜ ਕੱਲ੍ਹ ਵੱਡੇ ਲੀਡਰ ਸਾਹਿਬਾਨਾਂ ਨੂੰ ਦੀ ਉੱਠਣੀ ਬੈਠਣੀ ਆ। ਤੇ ਜਦੋਂ ਹੁਣ ਤੁਸੀਂ ਪੈਰਾਸ਼ੂਟ ਦੀ ਗੱਲ ਹੀ ਕਰ ਲਈ, ਮੈਂ ਲੀਡਰਾਂ ਨਾਲ ਕਿੰਨਾਂ ਨਾਲ ਉੱਠਣੀ ਬੈਠਣੀ ਆ। ਦੇਖੋ ਜੀ, ਤੁਹਾਨੂੰ ਪਤਾ ਹੀ ਆ, ਸਾਰੇ ਉਹਨਾਂ ਨੂੰ ਪੂਰਾ ਹੌਸਲਾ। ਤੁਸੀਂ ਵੀ ਅੱਜ ਗਲੇਲਾਂ ਚਲਾ ਰਹੇ ਹੋ ਨਾ, ਗਲੇਲ ਦਾ ਇਸ਼ਾਰਾ ਕਿਹਦੇ ਵੱਲ ਹੈ? ਗਲੇਲ ਦਾ ਇਸ਼ਾਰਾ ਦੇਖੋ ਮੇਰੇ ਨਜ਼ਰੀਏ ਤੋਂ ਕਿਸੇ ਵੱਲ ਨਹੀਂ, ਮੈਂ ਸਿਰਫ ਆਪਣੀ ਸਟਰੈਂਥ, ਆਪਣੀ ਤਾਕਤ ਵਧਾ ਰਿਹਾ। ਮੈਨੂੰ ਹੌਸਲਾ, ਮੈਂ ਦੇਖੋ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ, ਮੈਂ ਏਸ਼ੀਅਨ ਗੋਲਡ ਮੈਡਲਿਸਟ ਕਬੱਡੀ ਖਿਡਾਰੀ ਹਾਂ, ਸਪੋਰਟਸਮੈਨ ਬੰਦਾ ਮੈਂ।
ਸਪੋਰਟਸਮੈਨ ਹਮੇਸ਼ਾ એનર્ਜੀ ਨਾਲ ਲੜਦੇ ਨੇ, ਕਦੇ ਜਿੱਤ ਬਾਰੇ ਨਹੀਂ ਸੋਚਦੇ। ਮੈਨੂੰ ਸਿਰਫ ਇਹ ਹੁੰਦਾ ਮੈਂ ਆਪਣੀ ਪਰਫਾਰਮੈਂਸ ਵਧੀਆ ਦੇਣੀ ਆ, ਉਹਦਾ ਰਿਜ਼ਲਟ ਕੀ ਨਿਕਲਣਾ ਉਹ ਮੈਨੂੰ ਨਹੀਂ ਪਤਾ, ਪਰ ਮੇਰੀ ਪਰਫਾਰਮੈਂਸ ਇੱਕ ਨੰਬਰ ਹੋਣੀ ਚਾਹੀਦੀ ਆ, ਉਹ 'ਚ ਕੋਈ ਕਮੀ ਪੇਸ਼ੀ ਨਹੀਂ ਹੋਣੀ ਚਾਹੀਦੀ। ਅੱਗੇ ਜਿੱਤ ਅੱਗੇ ਹਾਰ ਉਹ ਪਰਮਾਤਮਾ ਦੇ ਹੱਥ, ਲੋਕਾਂ ਦੇ ਹੱਥ, ਮੈਂ ਕੋਈ ਕਮੀ ਨਹੀਂ ਛੱਡਦਾ। ਮੈਂ ਤੁੰਨ ਕੇ ਲੜਾਈ ਲੜੂੰਗਾ, ਕਿਸੇ ਕਿਸਮ ਦੀ ਵੀ ਹੋਵੇ। ਕੋਈ ਐਸੀ ਗੱਲ ਨਹੀਂ ਹੈਗੀ ਕਿ ਵੀ ਮੈਂ ਡੀਮੋਰਲਾਈਜ਼ ਹੋ ਜੂ, ਨਹੀਂ। ਇਹ ਬੰਦਾ, ਮੈਂ ਕਹਿਣਾ ਬੰਦਾ ਸਿੱਖਦੀ ਉਹਦੇ ਤੋਂ ਆ। ਇਹ ਮੇਰੀ ਜ਼ਿੰਦਗੀ 'ਚ ਜਦੋਂ ਇਦਾਂ ਦੀ ਮੈਂ ਸਟਰਗਲ ਕਰ ਰਿਹਾ, ਮੈਂ ਤਾਂ ਲੱਕੀ ਮੰਨਦਾ ਕਿ ਚਲੋ ਮੈਨੂੰ ਘੱਟੋ ਘੱਟ ਘੇਰਨ ਲਈ ਕਾਫੀ ਇਕੱਠੇ ਤਾਂ ਹੋਏ ਨੇ। ਮੈਨੂੰ ਉਹਨਾਂ ਨੂੰ ਇਹ ਤਾਂ ਹੈਗਾ ਵੀ ਕਿਤੇ ਨਾ ਕਿਤੇ ਲੀਡਰਸ਼ਿਪ 'ਚ ਸਾਡੇ ਜ਼ਿਲ੍ਹੇ ਦੀ ਕਈ ਧਨਾੜ ਲੀਡਰ ਨੇ ਜਿਹੜੇ ਮੈਨੂੰ ਠੋਕਣ 'ਤੇ ਲੱਗੇ ਹੋਏ ਨੇ, ਘੇਰਨ 'ਤੇ ਲੱਗੇ ਹੋਏ ਨੇ। ਉਹਨਾਂ ਨੂੰ ਕਿਤੇ ਨਾ ਕਿਤੇ ਤਾਂ ਇਹ ਹੈਗਾ ਗਾ ਵੀ ਇਹਨੂੰ ਕਿਸੇ ਤਰੀਕੇ ਨਾਲ ਰੋਕ ਲਈਏ। ਚਲੋ ਇੰਨੀ ਬਹੁਤ ਆ ਮੇਰੇ ਲਈ। ਮੇਰੇ ਕੋਲ ਹੈ ਕੀ ਸੀ? ਮੈਨੂੰ ਪਾਰਟੀ ਨੇ ਇੰਨਾ ਮਾਨ ਸਨਮਾਨ, ਇੰਨੀ ਤਾਕਤ, ਇੰਨਾ ਪਿਆਰ ਦਿੱਤਾ। ਜਿਉਂਦੇ ਰਹੇ ਮੇਰਾ ਸੰਗਠਨ। ਕ੍ਰਿਸ਼ਨਾ ਜੀ, ਆਲ ਇੰਡੀਆ ਪ੍ਰਧਾਨ ਬਰਿੰਦਰ ਢਿੱਲੋਂ ਜੀ, ਨਵਜੋਤ ਸਿੱਧੂ ਜੀ, ਸਭ ਤੋਂ ਵੱਡੀ ਗੱਲ ਰਾਹੁਲ ਗਾਂਧੀ ਜੀ, ਜਿਹੜਾ ਨੇ ਕਾਮ ਘਰ ਦੇ ਮੁੰਡੇ ਨੂੰ ਚੱਕ ਕੇ ਜ਼ਿਲ੍ਹਾ ਪ੍ਰਧਾਨ ਬਣਾਤਾ। ਅੱਜ ਕਿਤੇ ਨਾ ਕਿਤੇ ਚਲੋ ਮੇਰੇ ਤੇ ਓਬਜੈਕਸ਼ਨ ਹੀ ਲੱਗਦਾ, ਮੈਨੂੰ ਇਹ ਗੱਲ ਦੀ ਵੀ ਖੁਸ਼ੀ ਹੁੰਦੀ ਆ ਵੀ ਚਲੋ ਕੋਲ ਐਂ ਤਾਂ ਸੋਚਦੇ ਨੇ ਵੀ ਯਾਰ ਇਹਨੇ ਵਿਰੋਧ ਕਰਿਆ, ਇਹਦੇ ਕੋਲ ਸਟਰੈਂਥ ਹੈਗੀ ਆ। ਫਿਰ ਉਹਨੂੰ ਸਟਰੈਂਥ ਨੂੰ ਰੋਕਣ ਲਈ ਤੁਹਾਡੇ ਕੋਲ ਕੀ ਆ? ਤੇ ਤੁਸੀਂ ਮੇਰੇ ਹੱਕ 'ਚ ਮੇਰੇ ਉਲਟ ਹੁਟਿੰਗ ਕੋਈ ਵੀ ਕਰਵਾ ਸਕਦਾ ਸੀ। ਰੌਲਾ ਇਹ ਆ, ਮੇਰੇ ਨਾਲ ਲੋਕ ਸੀ ਉੱਥੇ ਜਿਨ੍ਹਾਂ ਨੇ ਹੁਟਿੰਗ ਕੀਤੀ, ਮੇਰੇ ਜਜ਼ਬਾਤਾਂ ਨਾਲ ਕੀਤੀ। ਲੋਕਾਂ ਦੇ ਜਜ਼ਬਾਤ ਨੇ ਉੱਥੇ, ਸਾਰੀਆਂ ਪਾਰਟੀਆਂ ਦੇ ਬੰਦੇ ਸੀ। ਸੋ ਇਕੱਲਾ ਇਹ ਗੱਲ ਮੇਰੇ 'ਤੇ ਲਿਆਉਣੀ ਇਹ ਰਾਜਨੀਤੀ ਆ, ਇਹ ਗਲਤ ਗੱਲ ਆ। ਤੁਸੀਂ ਇਸ ਚੀਜ਼ ਦਾ ਵੀ ਦੁੱਖ ਮਨਾਇਆ, ਦੁੱਖ ਪ੍ਰਗਟ ਕੀਤਾ ਸੋਸ਼ਲ ਮੀਡੀਆ ਦੇ ਉੱਤੇ ਜੋ ਅਧਿਆਪਕਾਂ ਨਾਲ ਉੱਥੇ ਹੋਇਆ। ਹਾਲਾਂਕਿ ਚਰਨਜੀਤ ਸਿੰਘ ਚੰਨੀ ਜਦੋਂ ਮਾਈਕ ਦੇ ਉੱਤੇ ਸੀਗੇ, ਉਹਨਾਂ ਨੇ ਕਿਹਾ ਚਲੋ ਉਹਨਾਂ ਨਾਲ ਹੋ ਗਿਆ, ਤੁਸੀਂ ਇੱਧਰ ਧਿਆਨ ਦਿਓ, ਮੈਂ ਭਾਸ਼ਣ ਦੇ ਰਿਹਾ। ਪਰ ਤੁਸੀਂ ਬਾਅਦ ਦੇ ਵਿੱਚ ਸੋਸ਼ਲ ਮੀਡੀਆ ਤੇ ਫੇਸਬੁੱਕ ਦੇ ਉੱਤੇ ਬਕਾਇਦਾ ਲਿਖਿਆ ਕਿ ਗਲਤ ਹੋਇਆ, ਜੋ ਨਹੀਂ ਹੋਣਾ ਚਾਹੀਦਾ ਸੀ। ਬਿਲਕੁਲ ਜੀ। ਦੇਖੋ, ਜਿਹੜਾ ਉਹਨਾਂ ਨੇ ਉਸ ਟਾਈਮ ਮਾਹੌਲ ਬਣਿਆ, ਉਹ ਡੀਐਸਪੀ ਸਾਹਿਬ ਨੇ ਬਹੁਤ ਤਸ਼ੱਦਦ ਨਾਲ, ਤੁਸੀਂ ਵੀ ਦੇਖਿਆ, ਬੇਰਹਿਮੀ ਨਾਲ ਡਾਂਗ ਸੋਟੀ ਮਾਰੀ ਆ, ਬੇਰਹਿਮੀ ਨਾਲ ਮਾਰੀ ਆ। ਉਹ ਨਹੀਂ ਕਰਨਾ ਬਣਦਾ ਹੈ, ਤਾਂ ਸਾਰੇ ਇਨਸਾਨ ਆਪਣੇ ਹੱਕਾਂ ਲਈ ਫਿਰਦੇ ਨੇ। ਚਲੋ, ਸਟੇਜ ਤੋਂ ਜਦੋਂ ਸੀਐਮ ਸਾਹਿਬ ਨੇ ਕਹਿਤਾ ਵੀ ਹਰ ਮਸਲੇ ਦਾ ਹੱਲ ਧਰਨੇ ਮੁਜ਼ਾਹਰੇ ਨਾਲ ਨਹੀਂ, ਡਾਂਗਾ ਸੋਟੀਆਂ ਨਾਲ ਨਹੀਂ, ਤੁਸੀਂ ਮੇਰੇ ਕੋਲੇ ਆਓ। ਸੀਐਮ ਸਾਹਿਬ ਸਾਰਿਆਂ ਨੂੰ ਮਿਲ ਰਹੇ ਨੇ, ਟਾਈਮ ਦੇ ਰਹੇ ਨੇ। ਤੁਹਾਨੂੰ ਵੀ ਪਤਾ ਰਜ਼ੇਵੇਂ 2 ਮਹੀਨਿਆਂ 'ਚ ਉਹ ਕੀ ਕਰ ਸਕਦੇ ਨੇ। ਜਿੰਨਾ ਅੱਜ ਤੱਕ ਹੋਇਆ ਉਹ ਇਤਿਹਾਸ ਹੀ ਆ। ਜੋ ਸੀਐਮ ਸਾਹਿਬ ਨੇ 2 ਮਹੀਨਿਆਂ 'ਚ ਕੀਤਾ ਉਹ ਇਤਿਹਾਸ ਹੀ ਆ। ਫਿਰ ਵੀ ਕਿਤੇ ਨਾ ਕਿਤੇ ਹਰ ਬੰਦਾ ਕੋਸ਼ਿਸ਼ ਇਹ ਕਰਦਾ ਕਿ ਮੈਂ ਆਪਣੀ ਪ੍ਰਜਾ ਨੂੰ ਖੁਸ਼ ਕਰਾਂ, ਮੈਂ ਹਰ ਜਿਹੜੇ ਵਾਅਦੇ ਕੀਤੇ ਪੂਰੇ ਕਰਾਂ। ਪਰ ਕਈ ਮਜਬੂਰੀਆਂ ਐਸੀਆਂ ਹੁੰਦੀਆਂ ਨੇ ਜਿਨ੍ਹਾਂ 'ਚ ਇਨਸਾਨ ਬੰਨਿਆ ਹੁੰਦਾ ਗਾ, ਵੱਜ ਜਾਂਦਾ ਗਾ। ਅਤੇ ਆਉਣ ਵਾਲੇ ਸਮੇਂ 'ਚ ਸੀਐਮ ਸਾਹਿਬ ਨੇ ਸਟੇਜ ਤੋਂ ਕਿਹਾ ਵੀ ਮੌਕਾ ਦਿਓ, ਮੇਰੀ ਤਾਕਤ ਜਿਵੇਂ ਤੁਸੀਂ ਵਧਾਈ ਆ ਵਧਾ ਕੇ ਰੱਖੋ, ਸਾਡੇ ਸਾਰੇ ਮਸਲੇ ਹੱਲ ਕਰੂੰ। ਪਰ ਇਸ ਗੱਲ ਦੇ ਕਹਿਣ ਦੇ ਬਾਵਜੂਦ ਜਦੋਂ ਉਹ ਬਾਹਰ ਵੀਡੀਓ, ਇਸ ਤਰ੍ਹਾਂ ਸਟੇਜ 'ਤੇ ਸੀ, ਸਾਨੂੰ ਤਾਂ ਪਤਾ ਨਹੀਂ ਸੀ ਲੱਗ ਰਿਹਾ ਕੀ ਹਾਲਾਤ ਨੇ ਉੱਥੇ। ਜੋ ਬਾਅਦ 'ਚ ਵੀਡੀਓ ਆਉਂਦੀ ਹੈ, ਜਦੋਂ ਮੈਂ ਦੇਖੀ, ਉਹ ਡੀਐਸਪੀ ਸਾਹਿਬ ਨੇ ਬਾਕੀ ਬੇਰਹਿਮੀ ਨਾਲ ਕੁੱਟਿਆ। ਉਹ ਨਿੰਦਣਯੋਗ ਘਟਨਾ ਗੀ। ਜਿਹੜੀ ਗੱਲ ਗਲਤ ਆ ਉਹ ਗਲਤ ਆ। ਜਦੋਂ ਉਹ ਕੁੱਟਣ ਦਾ ਇਸ ਤਰ੍ਹਾਂ ਨਹੀਂ ਬਣਦਾ ਸੀ। ਚਲੋ, ਉਹਨਾਂ ਨੂੰ ਘੇਰਦੇ, ਉਹਨਾਂ ਨੂੰ ਬੱਸਾਂ 'ਚ ਬਿਠਾਉਂਦੇ, ਚਲੋ ਮਾੜਾ ਮੋਟਾ ਡਰ ਹੁੰਦਾ, ਦੇਣਾ ਵੀ ਪੈਂਦਾ ਕਿ ਵੀ, ਕਿਉਂਕਿ ਜਿਹੜੀ ਰੈਲੀ ਆ ਕਈ ਵਾਰੀ ਮਾਹੌਲ ਖ਼ਰਾਬ ਹੋ ਜਾਂਦਾ, ਕਈ ਵਾਰੀ ਲੋਕ ਹੋਰ ਗਲਤ ਜਿਹੜੇ ਸ਼ਰਾਰਤੀ ਅਨਸਰ ਹੁੰਦੇ ਨੇ ਉਹ ਨਜਾਇਜ਼ ਫਾਇਦਾ ਉਠਾ ਸਕਦੇ ਨੇ। ਠੀਕ ਹੈ, ਇਸ ਕਰਕੇ ਡਰ ਬਣਾਉਣਾ ਜ਼ਰੂਰੀ ਸੀ। ਪਰ ਇਸ ਤਰ੍ਹਾਂ ਬੇਰਹਿਮੀ ਨਾਲ ਕੁੱਟਣਾ ਮਾਰਨਾ ਉਹ ਗਲਤ ਗੱਲ ਆ। ਮੈਂ ਤਾਂ ਇਹ ਵੀ ਕਿ ਉਹ 'ਤੇ ਕਾਰਵਾਈ ਹੋਣੀ ਚਾਹੀਦੀ ਆ। ਅੱਛਾ, ਇਹ ਕਿੰਨੀ ਕੁ ਗਲਤ ਗੱਲ ਹੈ ਕਿ ਤੁਹਾਡੇ ਸਮਰਥਕਾਂ ਨੇ ਸਿੱਧੂ ਮੂਸੇਵਾਲੇ ਦੇ ਪੋਸਟਰ ਫਾੜੇ, ਉਹਨਾਂ ਦੇ ਨੇ ਤੁਹਾਡੇ ਫਾੜੇ। ਰੈਲੀ ਕਾਂਗਰਸ ਦੀ ਸੀਗੀ, ਤੁਸੀਂ ਦੋਵੇਂ ਕਾਂਗਰਸ ਦੇ ਨਾਲ ਜੁੜੇ ਹੋਏ ਹੋ। ਕਾਂਗਰਸ ਨੂੰ ਤੁਸੀਂ ਕਹਿੰਦੇ ਕਿ ਪੰਜਾਬ ਦੇ ਵਿੱਚ ਦੁਬਾਰਾ ਲੈ ਕੇ ਆਉਣਾ, ਅਤੇ ਜੋ ਸੈਂਟਰ ਦੇ ਵਿੱਚ ਬੈਠੀ ਹੋਈ ਹੈ ਕਾਂਗਰਸ, ਉਹ ਕਹਿੰਦੀ ਕਿ ਪੁਨਰ ਜਨਮ ਕਰਵਾਉਣਾ ਕਾਂਗਰਸ ਦਾ ਪੂਰੇ ਭਾਰਤ ਦੇ ਵਿੱਚ, ਕਿਉਂਕਿ ਸੈਂਟਰ ਦੇ ਵਿੱਚ ਜਿਹੜੀ ਭਾਜਪਾ ਦੀ ਸਰਕਾਰ ਬੈਠੀ ਹੈ ਉਹਦਾ ਵਾਰ-ਵਾਰ ਇੱਕੋ ਇੱਕ ਨਾਰਾ ਹੈਗਾ ਕਿ ਕਾਂਗਰਸ ਮੁਕਤ ਭਾਰਤ ਚਾਹੀਦਾ ਸਾਨੂੰ। ਇਹ ਜੋ ਰੈਲੀ ਦੇ ਵਿੱਚ ਹੋਇਆ, ਇਹ ਕਿੰਨਾ ਕੁ ਜਾਇਜ਼ ਹੈ? ਹੋਣਾ ਚਾਹੀਦਾ ਸੀ? ਨਹੀਂ ਹੋਣਾ ਚਾਹੀਦਾ। ਇਹੋ ਜਿਹੇ ਹਾਲਾਤ ਨਹੀਂ ਪੈਦਾ ਹੋਣੇ ਚਾਹੀਦੇ। ਕਿਉਂਕਿ ਦੇਖੋ, ਇੱਕ ਗੱਲ ਤੁਹਾਨੂੰ ਮੈਂ ਸਪਸ਼ਟ ਦੱਸਣਾ ਚਾਹੁੰਦਾ, ਕਲੀਅਰ ਕਰਨੀ ਚਾਹੁੰਦਾ, ਜਿਹੜਾ ਰੈਲੀ ਦੇ ਵਿੱਚ ਹੋਇਆ ਉਹ ਨਾ ਕਾਂਗਰਸ ਪਾਰਟੀ ਦਾ ਵਿਰੋਧ ਆ, ਨਾ ਚੰਨੀ ਸਾਹਿਬ ਦਾ ਵਿਰੋਧ ਆ, ਨਾ ਉੱਥੇ ਕਿਸੇ ਸੋਚ ਦਾ ਵਿਰੋਧ ਆ। ਰੈਲੀ ਦੇ ਵਿੱਚ ਦੇਖੋ, ਜਿਹੜਾ ਆਪਣਾ ਯੂਨੀਅਨ ਵਾਲੇ ਆਏ ਨੇ, ਉਹ ਆਪਣੇ ਹੱਕ ਮੰਗਣ ਆਏ ਨੇ। ਉਹ ਹਰੇਕ ਰੈਲੀ 'ਚ, ਹਰੇਕ ਥਾਵੇਂ, ਕੋਈ ਕਿਤੇ ਹਰੇਕ ਬੰਦੇ ਨੂੰ ਹੁੰਦਾ ਕਿ ਸਰਕਾਰ ਜਾਣ ਵਾਲੀ ਹੈ, ਸਾਨੂੰ ਸਾਡੇ ਹੱਕ ਮਿਲ ਜਾਣ। ਉਹਨਾਂ ਦਾ ਪ੍ਰੋਟੈਸਟ ਕਰਨਾ ਉਹਦਾ ਰਾਈਟ ਆ, ਹਰੇਕ ਬੰਦਾ ਕਰਦਾ ਗਾ। ਓਪੋਜੀਸ਼ਨ 'ਚ ਜਦ ਅਸੀਂ ਵੀ ਕਰਦੇ ਹਾਂ, ਰਾਈਟ ਆ ਹਰੇਕ ਬੰਦੇ ਦਾ। ਠੀਕ ਹੈ, ਉਹ ਕਰ ਰਹੇ ਨੇ। ਅਤੇ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਪੋਸਟਰਾਂ ਵਾਲੀ, ਵੀ ਪੋਸਟਰ ਫਾੜੇ, ਦੇਖੋ ਉਹ ਮੇਰੇ ਕੋਲ ਵੀ ਵੀਡੀਓ ਬਾਅਦ 'ਚ ਆਈ ਆ। ਬਾਅਦ 'ਚ ਮੈਂ ਵੀ ਵੀਡੀਓ ਦੇਖੀ ਆ। ਮੈਨੂੰ ਕਿਹਾ ਗਿਆ ਕਿ ਤੁਹਾਡੇ ਪੋਸਟਰ ਪਾੜੇ ਜਾ ਰਹੇ ਨੇ, ਆਪਣੇ ਸਮਰਥਕਾਂ ਦੇ, ਉਹਨਾਂ ਦੇ ਪਾੜੇ, ਉਹਨਾਂ ਨੇ ਆਪਣੇ ਪਾੜੇ, ਸ਼ੁਰੂਆਤ ਉਹਨਾਂ ਨੇ ਕਰੀ। ਚਲੋ, ਉਹ ਮਾਈਨਰ ਗੱਲਾਂ ਨੇ। ਹਰੇਕ ਪਾਰਟੀ 'ਚ, ਹਰੇਕ ਪਰਿਵਾਰ 'ਚ ਥੋੜ੍ਹੀਆਂ ਬਹੁਤੀਆਂ ਗੱਲਾਂ ਚੱਲਦੀਆਂ ਰਹਿੰਦੀਆਂ ਨੇ। ਇਹ ਕੋਈ ਲੰਬੀ ਚੌੜੀ ਗੱਲ ਨਹੀਂ ਕਿ ਇਕੱਲੀ ਕਾਂਗਰਸ ਪਾਰਟੀ 'ਚ ਆ, ਹਰ ਪਾਰਟੀ ਦੇ ਵਿੱਚ ਆ, ਛੋਟੀ ਮੋਟੀ ਨੋਕ ਝੋਕ ਪਰਿਵਾਰ 'ਚ ਹੁੰਦੀ ਰਹਿੰਦੀ ਹੈ, ਕੋਈ ਐਸੀ ਗੱਲ ਨਹੀਂ। ਰਹੀ ਗੱਲ ਪੁਨਰ ਜਨਮ ਬਿਲਕੁਲ ਜਿਹੜੀ ਇਸ ਟਾਈਮ ਜਿਹੜੀ ਸਾਡੀ ਪਾਰਟੀ ਆ, ਜਿਸ ਤਾਕਤ ਨਾਲ ਅਸੀਂ ਲੱਗੇ ਹੋਏ ਹਾਂ, ਅਸੀਂ ਬਿਲਕੁਲ ਜੀ ਜਾਨ ਨਾਲ ਮਿਹਨਤ ਕਰਕੇ
2022 ਚ ਸਰਕਾਰ ਬਣਾਵਾਂਗੇ, 24 ਚ ਪ੍ਰਧਾਨ ਮੰਤਰੀ ਰਾਹੁਲ ਗਾਂਧੀ ਜੀ ਨੂੰ ਬਣਾਵਾਂਗੇ। ਸਾਡਾ ਟੀਚਾ ਗਾ, ਉਹਦੇ ਲਈ ਅਸੀਂ ਹਰ ਤਾਕਤਾਂ ਨਾਲ ਲੜਾਈ ਲੜਾਂਗੇ। ਜਿਹੜੀਆਂ ਛੋਟੀਆਂ-ਮੋਟੀਆਂ ਗਲਤੀਆਂ ਨੇ ਉਹਨਾਂ 'ਚ ਸੁਧਾਰ ਕਰਾਂਗੇ। ਉਹ ਗਲਤੀ ਕੋਈ ਵੀ ਹੋ ਸਕਦੀ ਆ। ਬੜੇ ਵਧੀਆ ਤਰੀਕੇ ਨਾਲ ਸਾਡੇ ਇੰਚਾਰਜ ਹਰੀਸ਼ ਚੌਧਰੀ ਜੀ ਲੱਗੇ ਹੋਏ ਨੇ, ਬੜੇ ਗਰਾਊਂਡ 'ਤੇ ਜਾ ਕੇ ਉਹ ਲੱਗੇ ਹੋਏ ਨੇ। ਕੁਝ ਕੁ ਲੋਕਾਂ ਕਰਕੇ ਹੀ ਮੇਰਾ ਹੌਸਲਾ ਬਣਿਆ ਹੋਇਆ। ਇੱਕ ਪਾਸੇ ਵੱਡੀਆਂ ਤਾਕਤਾਂ ਤੇ ਕੁਝ ਲੋਕ ਇੱਥੇ ਜਿਹੜੇ ਸੰਗਠਨ ਨੂੰ ਇਹ ਲੋਕਾਂ ਕਰਕੇ ਹੌਸਲਾ ਬਣਿਆ। ਦੇਖੋ, ਜਿਹੜੇ ਸੰਗਠਨ ਦੇ ਕਾਰਿਆਕਰਤਾ ਨੇ ਸੰਗਠਨ ਨੂੰ ਦੇਖ ਰਹੇ ਨੇ। ਮੇਰਾ ਸੰਗਠਨ ਯੂਥ ਕਾਂਗਰਸ ਦਾ ਸੰਗਠਨ, ਚੌਧਰੀ ਸਾਹਿਬ, ਹੋਰ ਵੀ ਸਾਰੇ, ਚਾਹੇ ਆਪਾਂ ਗੱਲ ਕਰ ਲਈਏ ਨਵਜੋਤ ਸਿੱਧੂ ਜੀ ਦੀ, ਕਿਉਂਕਿ ਜੋ ਵੀ ਹੋਣਾ, ਸੁਨੀਲ ਜਾਖੜ ਜੀ ਆਏ ਨੇ ਸੰਗਠਨ 'ਚ, ਕ੍ਰਿਸ਼ਨਾ ਲੋਵੇਰਾ ਜੀ ਨੇ, ਜੋ ਵੀ ਟੀਮ ਇਹਨਾਂ ਦੀ ਬਣੀ ਆ, ਇਹ ਲੋਕ ਤੁਹਾਡੀ ਉਮੀਦ ਨਹੀਂ ਟੁੱਟਣ ਦੇਣਗੇ। ਨਹੀਂ ਟੁੱਟਣ ਦੇਣਗੇ, ਮੈਂ ਮੰਨਦਾ। ਕਿਉਂਕਿ ਦੇਖੋ, ਇੱਕ ਗੱਲ ਇਹ ਕਲੀਅਰ ਆ, ਕਿਉਂਕਿ ਸੰਗਠਨ ਦੇ ਵਿੱਚੋਂ ਜਦੋਂ ਕੋਈ ਪੈਦਾ ਹੁੰਦਾ, ਸੰਗਠਨ ਦੇ ਵਿੱਚੋਂ ਨਿਕਲ ਕੇ ਆਏ ਲੋਕ ਨੇ ਸਾਰੇ। ਇਹਨਾਂ ਨੇ ਤਸ਼ੱਦਦ ਚੱਲਿਆ, ਇਹਨਾਂ ਨੇ ਬਾਦਲ ਸਰਕਾਰ ਦਾ ਤਸ਼ੱਦਦ ਚੱਲਿਆ। ਇਹਨਾਂ ਨੂੰ ਪਤਾ ਜੇ ਕੋਈ ਕਿਸ ਦਾ ਹੱਕ ਖਾਂਦਾ ਤਾਂ ਉਸ 'ਤੇ ਕੀ ਬੀਤਦੀ ਆ। ਮੈਂ ਸਮਝਦਾ ਕਿ ਹਰ ਲੜਾਈ ਮੇਰੀ ਅੱਗੇ ਹੋ ਕੇ ਲੜਨਗੇ, ਇਹੀ ਉਮੀਦ ਆ ਤੇ ਇਹੀ ਤਾਂ ਸੋਚ ਆ ਰਾਹੁਲ ਗਾਂਧੀ ਜੀ ਦੀ। ਮੈਂ ਕਿਉਂ ਇਹਨਾਂ ਨਿੱਜੀ ਤੌਰ 'ਤੇ ਜੁੜਿਆ ਹੋਇਆ, ਕਿਉਂ ਮੈਂ ਘਰ ਸੰਗਠਨ ਦੀ ਗੱਲ ਕਰਦਾ, ਕਿਉਂਕਿ ਬੰਦਾ ਇੱਕ ਉਮੀਦ ਨਾਲ ਤੁਰਿਆ ਫਿਰਦਾ। ਉਹ ਇਹੋ ਹੀ ਉਮੀਦ ਆ, ਉਹ ਸੰਗਠਨ ਆ, ਉਹ ਰਾਹੁਲ ਗਾਂਧੀ ਜੀ ਦੀ ਸੋਚ ਆ, ਉਹ ਕ੍ਰਿਸ਼ਨਾ ਜੀ ਦੀ ਸੋਚ ਆ, ਉਹ ਵਰਿੰਦਰ ਢਿੱਲੋਂ ਦੀ ਸੋਚ ਆ, ਸਾਡੀ ਇੱਕੋ ਹੀ ਸੋਚ ਆ। ਤੇ ਜਿਹੜਾ ਸਾਡੀ ਤਾਕਤ ਆ ਉਹ ਇਹ ਨੌਜਵਾਨੀ ਆ, ਉਹ ਇਹੀ ਸੋਚ ਲੈ ਕੇ ਅਸੀਂ ਅੱਗੇ ਚੱਲ ਰਹੇ ਹਾਂ। ਅੱਛਾ, ਤੁਹਾਡੇ ਤੇ ਸਿੱਧੂ ਦੇ ਵਿਚਕਾਰ ਜੋ ਖਿੱਚੋਤਾਣ ਹੈਗੀ ਹੈ, ਚਲੋ ਇੱਕ ਵੱਖਰੀ ਗੱਲ ਹੋ ਗਈ। ਧੜੇਬਾਜ਼ੀਆਂ ਤਾਂ ਹੋਰ ਬੜੀਆਂ ਹੈਗੀਆਂ। ਤੁਹਾਨੂੰ ਲੱਗਦਾ ਕਿ ਤੁਹਾਡੇ ਵਿਚਕਾਰ ਜੋ ਤੇ ਸਿੱਧੂ ਦੇ ਵਿਚਕਾਰ ਜੋ ਖਿੱਚੋਤਾਣ ਹੈ, ਕੋਈ ਹੋਰ ਧੜਾ ਉਹਦਾ ਫਾਇਦਾ ਚੁੱਕਦਾ ਪਿਆ ਇਸ ਟਾਈਮ 'ਤੇ? ਸਾਰੀ ਜ਼ੋਰ ਲਾ ਰਹੇ ਨੇ ਜੀ। ਦੇਖੋ, ਆਪੋ ਆਪਣਾ ਜਦੋਂ ਸਹੀ ਸਮਾਂ ਆਉਂਦਾ ਅਗਲੇ ਦਾ, ਅਗਲਾ ਪੂਰਾ ਜ਼ੋਰ ਲਾਉਂਦਾ ਗਾ। ਜਦੋਂ ਕੋਈ ਮਾੜਾ ਹੋ ਜਾਂਦਾ, ਤਕੜਾ ਬੰਦਾ ਨੂੰ ਠੋਕਣ 'ਤੇ ਪੂਰਾ ਜ਼ੋਰ ਲਾਉਂਦਾ। ਹਰੇਕ ਬੰਦੇ ਦੀ ਆਦਤ ਹੁੰਦੀ ਹੈ, ਸਿਆਸਤ ਆ ਇਹ, ਸਾਰੇ ਕਿਤੇ ਆ ਕਰਦੇ ਰਹਿੰਦੇ ਨੇ। ਪਰ ਮੈਂ ਤੁਹਾਨੂੰ ਇੱਕੋ ਗੱਲ ਕਹਾਂ ਵੀ ਤੁਹਾਡੇ ਚੈਨਲ ਰਾਹੀਂ, ਮੇਰੇ ਸਿੱਧੂ ਸਾਹਿਬ ਨੇ, ਉਹ ਬੜਾ ਇਨਾਮੀ ਇਨਸਾਨ ਨੇ, ਵੱਡਾ ਨਾਮ ਉਹਨਾਂ ਦਾ। ਠੀਕ ਹੈ, ਦੁਨੀਆ 'ਚ ਉਹਨਾਂ ਨੇ ਨਾਮ ਨਾ ਖੱਟਿਆ ਗਾ। ਮੇਰਾ ਉਹਨਾਂ ਨਾਲ ਕੋਈ ਨਿੱਜੀ ਵਿਚਾਰਿਆਂ ਨਾਲ ਮੇਰਾ ਕੋਈ ਉਹ ਨਹੀਂ ਹੈਗਾ। 40 ਬੱਸਾਂ ਦੇ ਤੁਹਾਡੇ ਨਾਮ 'ਤੇ ਆਈਆਂ, ਤੁਸੀਂ ਵੀ ਬੱਸ ਦੇ ਉੱਤੇ ਚੜ੍ਹ ਕੇ ਬਿਲਕੁਲ ਐਨ ਨਾਅਰੇਬਾਜ਼ੀ ਕਰਦੇ ਹੋਏ ਪਹੁੰਚ ਰਹੇ ਸੀਗੇ ਉੱਥੇ। ਮੇਰਾ ਦੇਖੋ, ਲੋਕਾਂ ਦਾ ਪਿਆਰ ਆ ਮੇਰਾ। ਮੈਂ ਤਾਂ ਮਿੱਟੀ ਦਾ ਕੀੜਾ ਕਹਿ ਸਕਦੇ ਹੋ, ਮਿੱਟੀ ਦਾ ਕੀੜਾ। ਕਬੱਡੀ ਵਾਲੇ ਹੁੰਦੀ ਮਿੱਟੀ 'ਚ ਪੈਦਾ ਨੇ, ਮਿੱਟੀ 'ਚ ਹੀ ਰਹਾਂਗਾ। ਮੈਨੂੰ ਕੋਈ ਫਰਕ ਨਹੀਂ ਪੈਂਦਾ ਬੱਸ 'ਤੇ ਆਉਣਾ, ਤੁਰ ਕੇ ਆਉਣਾ, ਮੋਟਰਸਾਈਕਲ 'ਤੇ ਆਉਣਾ, ਕਿਉਂਕਿ ਸਾਡੀ ਤਾਂ ਰੂਟੀਨ ਦੀ ਆਪਣੀ ਜ਼ਿੰਦਗੀ ਵੀ ਅਸੀਂ ਬੱਸਾਂ 'ਤੇ, ਅਸੀਂ ਕਿਹੜਾ ਜੰਮਦੇ ਮਰਸਡੀਆਂ 'ਤੇ ਜਾਂ ਉਹਨਾਂ 'ਤੇ ਚੱਲਦੇ ਸੀ, ਤਾਂ ਬੱਸਾਂ 'ਤੇ ਸਫ਼ਰ ਕਰਦੇ। ਉਸ ਦਿਨ ਰਾਤ ਨੀਂਦ ਕਿੱਦਾਂ ਆਈ? ਜੋ ਕੁਝ ਹੋਇਆ ਉਸ ਦਿਨ ਵਾਪਰਿਆ, ਉਸ ਦਿਨ ਰਾਤ ਨੀਂਦ ਕਿੱਦਾਂ ਆਈ? ਨੀਂਦ ਮੈਨੂੰ ਤਾਂ ਜੀ ਪਹਿਲਾਂ ਵੀ ਬਹੁਤ ਵਧੀਆ ਆਉਂਦੀ ਸੀ, ਉਸ ਦਿਨ ਵੀ ਵਧੀਆ ਹੀ ਤੇ ਵਧੀਆ ਹੀ ਆਉਣੀ ਆ। ਮੈਨੂੰ ਕੋਈ ਇਹਦੇ ਨਾਲ ਫਰਕ ਨਹੀਂ ਪੈਂਦਾ। ਇਹ ਗੱਲ ਦੇਖੋ, ਮੈਨੂੰ ਬਾਈ ਜੀ ਕੋਈ ਫਰਕ ਨਹੀਂ ਪੈਂਦਾ। ਮੈਂ ਤੁਹਾਨੂੰ ਵਾਰ-ਵਾਰ ਇੱਕੋ ਗੱਲ ਕਹਿ ਰਿਹਾ ਕਿ ਮੈਂ ਬੜਾ ਕਹਿਣ ਤੋਂ ਭਾਵ ਹਰੇਕ ਚੀਜ਼ ਨੂੰ ਮੈਂ ਪੂਰੀ ਉਹਦੇ ਨਾਲ ਫੋਰਸ ਨਾਲ ਲੜਾਈ ਲੜਦਾ ਹੁੰਦਾ। ਮੈਂ ਪਹਿਲੇ ਦਿਨ ਤੋਂ ਮੈਂ ਸਪੋਰਟਸਮੈਨ ਆ, ਮੇਰੇ 'ਤੇ ਕਦੇ ਕੋਈ ਅਸਰ ਹੀ ਨਹੀਂ ਹੋਇਆ ਬਾਈ ਜੀ, ਇਹ ਸੱਚ ਆ। ਵੀ ਉਹ ਆ ਗਿਆ ਮੈਟਰ ਨਹੀਂ ਕਰਦਾ, ਕੌਣ ਆ ਗਿਆ ਕੌਣ ਨਹੀਂ ਆਇਆ। ਮੇਰਾ ਇੱਕੋ ਕੰਮ ਆ ਕਿ ਮੈਂ ਲੋਕਾਂ ਦੀ ਲੜਾਈ ਆਪਣੇ ਦੀ ਕਿਵੇਂ ਲੜਨੀ ਆ। ਮੈਂ ਆਪਣੀ ਜਿਹੜੀ ਮੇਰੀ ਸੋਚ ਆ ਉਹਨੂੰ ਲੋਕਾਂ ਤੱਕ ਕਿਵੇਂ ਲੈ ਕੇ ਜਾਣਾ, ਉਹ ਕੋਈ ਨਹੀਂ ਰੋਕ ਸਕਦਾ, ਉਹ ਕੋਈ ਤਾਕਤ ਨਹੀਂ ਰੋਕ ਸਕਦੀ। ਤੁਹਾਡੇ ਜਦੋਂ ਆਪਣੇ ਜਜ਼ਬਾਤ ਨੇ, ਜਦ ਤੁਸੀਂ ਲੋਕਾਂ 'ਚ ਰੱਖੋਗੇ ਕਿ ਸਭ ਤੋਂ ਵੱਡੀ ਗੱਲ ਆ ਕਿਸਾਨੀ ਪਰਚੇ ਹੋਏ, ਲਗਾਤਾਰ 1.5-2 ਸਾਲ ਆਪਣਾ ਅੰਦੋਲਨ ਚੱਲਿਆ, ਲਗਾਤਾਰ ਮੈਂ ਫਿੱਟ ਰਿਹਾ, ਕੋਈ ਦਿੱਕਤ ਨਹੀਂ। 1 ਸਾਲ ਤਾਂ ਪੂਰੀ ਚੱਲ ਗਿਆ। ਸ਼ੁਰੂ 'ਚ ਅਸੀਂ ਸਭ ਤੋਂ ਪਹਿਲਾਂ ਕਰਦੇ ਆਉਂਦੇ ਹਾਂ ਕਿਸਾਨੀ ਦੇ, ਅਸੀਂ ਆਪ ਜਥੇਬੰਦੀਆਂ 'ਚ, ਸਾਡੇ ਪਰਿਵਾਰਕ ਜਿਹੜੇ ਢਾਂਚੇ ਨੇ ਉਹ ਜਥੇਬੰਦੀ ਨਾਲ ਜੁੜੀਆਂ ਹੋਈਆਂ ਨੇ ਪਹਿਲੇ ਦਿਨ ਤੋਂ। ਮਾਨਸਾ ਦੇ ਜਿਹੜੇ ਲੋਕ ਨੇ ਉਹ ਤਾਂ ਪਹਿਲੇ ਦਿਨ ਤੋਂ ਹੀ ਸਪਸ਼ਟ ਤੇ ਕਲੀਅਰ ਲੋਕ ਨੇ ਮਾਨਸਾ ਦੇ। ਇਹ ਤਾਂ ਜਿਹਦੇ ਨਾਲ ਹੈਗੇ ਆ ਦਿਲੋਂ ਆ, ਨਹੀਂ ਬਿਲਕੁਲ ਨਹੀਂ ਗੇ। ਸੋ ਉਹ ਲੋਕਾਂ ਦੇ ਜਜ਼ਬਾਤ ਸੀ, ਉਹਨਾਂ ਦੀ ਤਾਕਤ ਸੀ। ਨੀਂਦ ਤਾਂ ਵਧੀਆ ਆਉਣੀ ਵੀ ਸੀਗੀ, ਹੌਸਲਾ ਹੁੰਦਾ ਬੰਦੇ ਨੂੰ ਕਿ ਮੇਰੇ ਨਾਲ ਵੀ ਅੱਜ ਸਟਰੈਂਥ ਹੈ, ਮੇਰੇ ਲੋਕਾਂ ਨੇ ਮੁੱਲ ਮੋੜਿਆ, ਮੇਰੇ ਨਾਲ ਲੋਕ ਖੜੇ ਨੇ, ਲੋਕ ਮੈਨੂੰ ਡੋਲਣ ਨਹੀਂ ਦੇਣਗੇ। ਗੱਲ ਹੀ ਲੋਕਾਂ ਦੀ ਆ। ਮੇਰੀ ਤਾਂ ਤਾਕਤ ਹੀ ਉਹ ਲੋਕ ਨੇ, ਉਹ ਕਾਂਗਰਸੀ ਜਿਹੜੇ ਇੱਕ ਉਮੀਦ ਕਰਦੇ ਵੀ ਹਾਂ ਵੀ ਇਹ ਸਾਡੇ ਲਈ ਕੁਝ ਜ਼ਰੂਰ ਕਰੂਗਾ। ਇੱਕ ਉਮੀਦ ਆ ਮੈਂ ਉਹਨਾਂ ਦੀ। ਮਾਨਸਾ ਬੜਾ ਰੈਸ਼ਨਲ ਸੋਚ ਰੱਖਦਾ ਹੈਗਾ, ਕਿਉਂਕਿ ਕਮਿਊਨਿਜ਼ਮ ਦੀ ਵੀ ਲਹਿਰ ਜੇ ਦੇਖੀ ਜਾਵੇ ਪੰਜਾਬ ਦੇ ਵਿੱਚ ਤਾਂ ਉਹ ਜਿਹੜੀ ਜਗ੍ਹਾ ਤੋਂ ਉੱਠੀ ਹੈ ਮਾਨਸਾ, ਉਹਦੇ 'ਚ ਇੱਕ ਵੱਡੀ ਅਹਿਮ ਭੂਮਿਕਾ ਅਦਾ ਕਰਦਾ। ਤੁਹਾਨੂੰ ਲੱਗਦਾ ਹੈ ਕਿ ਇੱਕ ਤਾਂ ਚਿਹਰੇ ਦੀ ਵੇਵ ਹੁੰਦੀ ਹੈ ਜਿਵੇਂ ਸਿੱਧੂ ਮੂਸੇਵਾਲਾ, ਇੱਕ ਹੁੰਦਾ ਗਰਾਊਂਡ ਲੈਵਲ 'ਤੇ। ਤੁਸੀਂ ਪਿੱਛੇ ਜੇ ਵੀ ਜ਼ਿਕਰ ਕਰ ਰਹੇ ਸੀਗੇ ਕਿ ਗਰਾਊਂਡ ਦੀ ਰਿਐਲਿਟੀ ਕੀ ਹੈ, ਜ਼ਮੀਨੀ ਹਕੀਕਤ ਕੀ ਹੈ ਸਿਆਸਤ ਦੇ ਵਿੱਚ, ਉਹ ਜਾਣਨਾ ਬੜਾ ਜ਼ਰੂਰੀ ਹੈਗਾ। ਮਾਨਸਾ ਦੇ ਲੋਕ ਇਹ ਸਮਝਦੇ ਨੇ? ਬਿਲਕੁਲ ਸਮਝਦੇ ਨੇ, ਕਿਉਂ ਨਹੀਂ ਸਮਝਦੇ। ਮਾਨਸਾ ਦੇ ਲੋਕ ਜੇ ਗਰਾਊਂਡ ਨਾ ਸਮਝਦੇ ਹੁੰਦੇ ਤਾਂ ਸ਼ਾਇਦ ਅੱਜ ਮੇਰਾ ਖੜਕਾ ਵੀ ਨਹੀਂ ਸੀ ਹੋਣਾ। ਜੇ ਅੱਜ ਆਪਾਂ ਬੈਠੇ ਹਾਂ ਤਾਂ ਸ਼ਾਇਦ ਉਹ ਰੈਲੀ ਕਰਕੇ ਬੈਠੇ ਹਾਂ। ਲੋਕ ਉਹਨੂੰ ਨੈਗੇਟਿਵ ਲੈਣ, ਲੋਕ ਉਹਨੂੰ ਪੋਜ਼ੀਟਿਵ ਲੈਣ। ਰੈਲੀ ਤਾਂ ਫੇਰ ਹੋ ਰਹੀ ਹੈ ਮਾਨਸਾ, ਤੁਸੀਂ ਕਰਾ ਰਹੇ ਹੋ। ਉਹ ਰੈਲੀ ਮੈਂ ਰੱਖ ਰਿਹਾ ਗਾ, ਉਹ ਮੈਂ ਹਾਈ ਕਮਾਂਡ ਨਾਲ ਰਾਏ ਕਰ ਰਿਹਾ ਗਾ। ਸਾਡੇ ਯੂਥ ਕਾਂਗਰਸ ਦੀ ਉਹ ਰੈਲੀ ਆ। ਉਹ ਰੈਲੀ ਦੇ ਵਿੱਚ ਅਸੀਂ ਕਿਸਾਨੀ ਦਾ ਜਿਹੜਾ ਜਿੱਤ ਆ
ਉਹਨੂੰ ਮਨਾ ਰਹੇ ਹਾਂ ਤੇ ਉੱਥੇ ਇੱਕ ਐਲਾਨ ਕਰਾਂਗੇ ਜਿਹੜੇ ਸ਼ਹੀਦ ਪਰਿਵਾਰ ਹੋਏ ਨੇ ਮਾਨਸਾ ਦੇ ਹਲਕੇ ਦੇ ਵਿੱਚ। ਉਹੀ ਮੈਂ ਕਹਿ ਰਿਹਾ ਨਾ, ਇਹ ਮੇਰੀ ਸੋਚ ਆ, ਇਹ ਮੇਰੀ ਸੋਚ ਆ, ਮੈਂ ਆਪਣੀ ਸੋਚ ਮੁਤਾਬਕ ਕੰਮ ਕਰ ਰਿਹਾ। ਉਹ ਸ਼ਹੀਦ ਪਰਿਵਾਰਾਂ ਦੇ ਅਸੀਂ ਘਰ ਜਾਵਾਂਗੇ, ਘਰ ਜਾ ਕੇ ਉਹਨਾਂ ਦੀ ਬੱਚਿਆਂ ਦੀ ਪੜ੍ਹਾਈ ਦੀ ਫੀਸ ਆ ਉਹ ਯੂਥ ਕਾਂਗਰਸ ਵੱਲੋਂ ਪੇ ਹੋਊਗੀ। ਉਹਨਾਂ ਦੇ ਕੋਈ ਨਿੱਕੇ ਮੋਟੇ ਕੰਮ ਨੇ ਉਹ ਅਸੀਂ ਪਹਿਲ ਦੇ ਆਧਾਰ ਤੇ ਕਰਾਉਣੇ ਆ, ਤੇ ਆਪਣੇ ਸੰਗਠਨ ਵੱਲੋਂ ਪੰਜਾਬ ਪ੍ਰਧਾਨ ਵਰਿੰਦਰ ਢਿੱਲੋਂ ਜੀ ਦੇ ਸੰਗਠਨ ਵੱਲੋਂ ਤੇ ਆਲ ਇੰਡੀਆ ਪ੍ਰਧਾਨ ਦੇ ਸੰਗਠਨ ਵੱਲੋਂ 21,000 ਰੁਪਇਆ ਛੋਟੀ ਜੀ ਰਾਸ਼ੀ, ਛੋਟਾ ਜਿਹਾ ਚੰਦਾ ਉਹ ਪਰਿਵਾਰਾਂ ਨੂੰ ਅਸੀਂ ਦੇਵਾਂਗੇ। ਸਾਡੀ ਔਕਾਤ ਨਹੀਂ ਹੈਗੀ ਕਿ ਅਸੀਂ ਉਹਨਾਂ ਨੂੰ ਅਸੀਂ ਕੁਝ ਦੇ ਸਕੀਏ, ਠੀਕ ਹੈ। ਉਹ ਲੋਕ ਮਹਾਨ ਲੋਕ ਨੇ, ਉਹ ਲੋਕਾਂ ਨੇ 700 ਸ਼ਹੀਦ ਹੋਇਆ, ਉਹ ਲੋਕਾਂ ਦੀ ਬਦੌਲਤ ਅੱਜ ਅਸੀਂ ਜਿੱਤ ਮਨਾ ਰਹੇ ਹਾਂ, ਜਸ਼ਨ ਮਨਾ ਰਹੇ ਹਾਂ। ਅੱਜ ਅਸੀਂ ਉਹ ਜਿਹੜਾ ਜਸ਼ਨ ਆ ਉਹ ਲੋਕਾਂ ਨੂੰ ਸਮਰਪਿਤ ਆ। ਉਹ ਰੈਲੀ ਤੋਂ ਐਲਾਨ ਹੋਊਗਾ, ਉਸ ਰੈਲੀ ਤੋਂ ਅਸੀਂ ਉਹ ਪਰਿਵਾਰਾਂ ਤੱਕ ਪਹੁੰਚ ਕਰਾਂਗੇ ਤੇ ਉਦੋਂ ਅਸੀਂ ਉਹ ਖੁਸ਼ੀ ਮਨਾ ਕੇ ਇੱਕ ਸਾਂਝੀ ਕਰ ਰਹੇ ਹਾਂ ਤੇ ਉਹ ਖੁਸ਼ੀ ਉਹ ਲੋਕਾਂ ਦੇ ਨਾਮ ਹੋਊਗੀ ਜਿਹੜੇ ਸ਼ਹਾਦਤ ਪਾ ਗਏ। ਇਹ ਰੈਲੀ ਅਸੀਂ ਇਸ ਕਰਕੇ ਰੱਖ ਰਹੇ ਹਾਂ ਤੇ ਉਹਦੇ ਵਿੱਚ ਨਾਲੇ ਨੌਜਵਾਨਾਂ ਨੂੰ ਹੌਸਲਾ ਹੋ ਜੂ, ਨਾਲੇ ਮੇਰੀ ਲੀਡਰਸ਼ਿਪ ਆ ਜੂਗੀ, ਕਿਉਂਕਿ ਮੈਂ ਅੱਜ ਤੱਕ ਯੂਥ ਕਾਂਗਰਸ ਦੇ ਝੰਡੇ ਤੇ ਕੋਈ ਵੱਡਾ ਪ੍ਰੋਗਰਾਮ ਨਹੀਂ ਕੀਤਾ ਤੇ ਮੇਰੇ ਲਈ ਵੀ ਠੀਕ ਹੈ। ਇਲੈਕਸ਼ਨ ਈਅਰ ਆ, ਮਾਹੌਲ ਬਣਾਉਣਾ ਚਾਹੀਦਾ ਤੇ ਮਾਹੌਲ ਬਣਿਆ ਹੀ ਰਹਿਣਾ ਚਾਹੀਦਾ। ਚਲੋ, ਮੰਚ ਸੱਜ ਚੁੱਕਿਆ, ਕਿਰਦਾਰ ਨਵੇਂ ਦੇਖਣ ਨੂੰ ਮਿਲਣਗੇ। ਸਿਆਸਤ ਹੈ, ਸਿਆਸਤ ਦੇ ਵਿੱਚ ਇਸ ਤਰੀਕੇ ਨਾਲ ਹੀ ਹੁੰਦਾ ਹੈ, ਵਿਰੋਧ ਵੀ ਝੱਲਣਾ ਪੈਂਦਾ ਹੈ ਤੇ ਸ਼ਾਬਾਸ਼ੀ ਵੀ ਮਿਲਦੀ ਹੈ। ਸਬਰ ਜ਼ਰੂਰੀ ਹੈ, ਪੇਸ਼ੈਂਸ ਜ਼ਰੂਰੀ ਹੈ। ਕੈਮਰੇ ਦੇ ਸਾਥ ਦੇ ਰਹੇ ਸੀ ਮੇਰੇ ਸਹਿਯੋਗੀ ਸੁਖਵਿੰਦਰ, ਮੈਂ ਲੰਕੇਸ਼ ਤ੍ਰਿਖਾ, ਰੋਜ਼ਾਨਾ ਸਪੋਕਸਮੈਨ ਦੇ ਲਈ।